कह कह गावां। तू साहिब गुणी निधाना, तुमरी महिमा वर्ण ना साको। तू ठाकुर ऊंच भगवाना, सतनाम श्री वाहिगुरु साहिब जीओ। श्री राग महला चौथा घर पहला। मैं मन तन बिरहो अत अगला, क्यों प्रीतम मिलै घर आए। जां देखा प्रभ आपुणा, प्रभ देखिए दुख जाए। जाए पुछां तिन सज्जणा, प्रभ कित बिद मिलै मिलाए। मेरे सतगुरा मैं तुझ बिन अवर ना कोय। हम मूरख मुग्ध शरणागति, कर कृपा मेले हर सोए। रहाओ सतगुर दाता हर नाम का, प्रभ आप मिलावै सोए। सतगुरु हर प्रभ बूझिया, गुर जेवड़ अवर ना कोय। हों गुर शरणाई टह पवां, कर दया मेले प्रभ सोए। मन हठ किनै ना पाया, कर उपाव थके सब कोय। सहस सियाणप कर रहे, मन कोरै रंग ना होए। कूड़ कपट किनै ना पायो, जो बीजै खावै सोए। सबना तेरी आस प्रभ, सब जी तेरे तू रास। प्रभ तुध हों खाली को नहीं, दर गुरमुखां नो शाबाश। बिख भौजल डुब दे कढ लै, जन नानक की अरदास। बिख भौजल डुब दे कढ लै, जन नानक की अरदास। वाहिगुरु जी का खालसा, वाहिगुरु जी की फतेह। हाजरा हजूर दो जहानां दे वाली, चबर छत्र तख्त दे मालक, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਸਤਿਗੁਰੂ ਜੀ ਦੀ ਗਿਆਨ ਦੀ ਬਖਸ਼ਿਸ਼ ਲੈਣ ਵਾਸਤੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਜੋ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਤੇ ਅਸੀਸਾਂ ਦੇ ਨਾਲ ਚਾਲੂ ਕੀਤੀ ਗਈ ਹੈ, ਤਾਂ ਕਿ ਸਤਿਗੁਰੂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਲੀ ਫਿਲਾਸਫੀ ਨੂੰ ਅਸੀਂ ਰਲ ਮਿਲ ਕੇ ਜਾਣ ਸਕੀਏ ਤੇ ਸਮਝ ਸਕੀਏ ਤੇ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਨੂੰ ਅਪਣਾ ਕੇ ਇਸ ਮਨੁੱਖਤਾ ਦੇ ਜੀਵਨ ਦੀ ਪ੍ਰਾਪਤੀ ਜਿਹੜੀ ਹੋਈ ਹੈ, ਇਹਨੂੰ ਸੱਚਮੁੱਚ ਪਰਮਾਤਮਾ ਦੇ ਬਖਸ਼ਿਸ਼ ਦੇ ਨਾਲ ਇੱਕ ਚੰਗੇ ਇਨਸਾਨ ਦਾ ਜੀਵਨ ਜੀਉ ਕੇ ਨਿਰੰਕਾਰ ਪ੍ਰਭੂ ਪਰਮਾਤਮਾ ਵਾਹਿਗੁਰੂ ਜੋ ਸਾਡੀ ਆਤਮਾ ਦਾ ਮੂਲ ਆ, ਉਹਦੇ ਵਿੱਚ ਸਮੋ ਸਕੀਏ। ਗੁਰਬਾਣੀ ਸਤਿਗੁਰ ਦੀ ਗੁਰੂ ਦੀ ਮੱਤ ਹਮੇਸ਼ਾ ਹੀ ਸਾਡੇ ਜੀਵਨ ਦੀ ਘਾੜਤ ਘੜਦੀ ਹੈ
ਤੇ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਵਿੱਚ ਮਦਦਗਾਰ ਹੈ, ਸਹਾਇਤਾ ਕਰਦੀ ਹੈ। ਜਿਵੇਂ ਹਰ ਇੱਕ ਮਾਂ ਬਾਪ ਦਾ ਸੁਪਨਾ ਹੈ ਮੇਰੇ ਬੱਚੇ ਚੰਗੇ ਬਣ, ਦੁਨੀਆ ਮੇਰੇ ਬੱਚਿਆਂ ਨੂੰ ਵੇਖ ਕੇ ਮੇਰੀ ਸਿਫਤ ਕਰੇ। ਚੇਤਾ ਰੱਖਿਓ, ਜਦੋਂ ਕੋਈ ਬੱਚਾ ਤਰੱਕੀ ਕਰਦਾ ਨਾ, ਵਾਹਿਦ ਇੱਕ ਮਾਤਾ ਪਿਤਾ ਨੇ ਜਿਹੜੇ ਖੁਸ਼ੀ ਮਨਾਉਂਦੇ ਨੇ, ਜਿਹੜੇ ਕਹਿੰਦੇ ਨੇ ਸਾਡਾ ਬੱਚਾ ਬਹੁਤ ਤਰੱਕੀ ਕਰ ਰਿਹਾ। ਪਿਤਾ ਤੋਂ ਪੁੱਤਰ ਅੱਗੇ ਲੰਘ ਜਾਵੇ ਨਾ, ਤੇ ਪਿਤਾ ਬਹੁਤ ਖੁਸ਼ ਹੁੰਦਾ ਜਦੋਂ ਦੁਨੀਆ ਕਹਿੰਦੀ ਤੇਰੇ ਨਾਲੋਂ ਤੇਰਾ ਪੁੱਤਰ ਅੱਗੇ ਲੰਘੇ। ਇਹੀ ਗੱਲ ਜੇ ਭਰਾ ਨੂੰ ਕਹੀ ਜਾਵੇ ਜਾਂ ਹੋਰ ਮਿੱਤਰ ਦੋਸਤਾਂ ਨੂੰ ਕਹੀ ਜਾਵੇ, ਉਹ ਜੈਲਸੀ ਵਿੱਚ ਆ ਜਾਂਦੇ ਨੇ, ਇਹ ਸਾਡੇ ਤੋਂ ਕਿਵੇਂ ਅੱਗੇ ਲੰਘ ਗਿਆ। ਕਿਉਂਕਿ ਚੰਗੇ ਗੁਣ ਜਿਹਦੇ ਵਿੱਚ ਸਮਾਉਣਗੇ, ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਸਿਫਤ ਸੁਣ ਕੇ ਖੁਸ਼ ਹੁੰਦੇ ਨੇ, ਇਵੇਂ ਜਦੋਂ ਇੱਕ ਚੰਗੀ ਆਤਮਾ ਦੇ ਸਿਰਜੇ ਹੋਏ ਮਨੁੱਖ ਦੀ ਤੁਲਨਾ ਗੁਰਮੁਖ ਨਾਲ ਹੁੰਦੀ ਹੈ, ਜਦੋਂ ਇੱਕ ਚੰਗੀ ਆਤਮਾ ਦੀ ਨਾਲ ਜੁੜੀ ਹੋਈ ਇੱਕ ਗੁਰੂ ਦੇ ਸਿੱਖ ਦੀ ਹੁੰਦੀ ਹੈ, ਜਦੋਂ ਇਹ ਕਿਹਾ ਜਾਂਦਾ ਹੈ ਕਿ ਦੇਖੋ ਇਹ ਦਸਤਾਰ ਬੰਨ੍ਹਣ ਵਾਲਾ ਜਿਹੜਾ ਗੁਰੂ ਦਾ ਸਿੱਖ ਆ ਨਾ, ਇਹਦੇ ਵਿੱਚ ਇਹ ਗੁਣ ਸਮਾਏ ਹੋਏ ਨੇ, ਇਹ ਜ਼ਾਹਰ ਜ਼ਹੂਰ ਬਿਲਕੁਲ ਆਪਣੇ ਗੁਰੂ ਵਰਗਾ ਹੈ। ਜਿਵੇਂ ਇਹਦੇ ਗੁਰੂ ਦੇ ਅੰਦਰ ਨਿਮਰਤਾ, ਪ੍ਰੇਮ ਤੇ ਹਲੀਮੀ ਹੈ, ਇਵੇਂ ਇਹਦੇ ਅੰਦਰ ਆ। ਫਿਰ ਸੱਚ ਜਾਣਿਓ, ਸਾਡੇ ਗੁਰੂ ਜੀ ਨੂੰ ਵੀ ਬਹੁਤ ਚੰਗਾ ਲੱਗਦਾ ਹੈ ਤੇ ਪਰਿਪੂਰਨ ਪਰਮਾਤਮਾ ਜੀ ਵੀ ਖੁਸ਼ ਹੁੰਦੇ ਨੇ ਕਿ ਇਸ ਮਨੁੱਖ ਨੇ ਜੇ ਆਤਮਾ ਲੈ ਕੇ ਇਸ ਧਰਤੀ ਤੇ ਆਇਆ ਹੈ, ਇਹ ਇਸ ਆਤਮਾ ਨੂੰ ਫਿਟਕਾਰਾਂ ਨਹੀਂ ਪਵਾ ਰਿਹਾ, ਬਲਕਿ ਇਸ ਆਤਮਾ ਦੇ ਰਾਹੀਂ ਇਸ ਸਰੀਰ ਨੂੰ ਚਲਾ ਕੇ ਭਲੇ ਕੰਮ ਕਰ ਰਿਹਾ ਹੈ। ਸੋ ਗੁਰਬਾਣੀ ਜਿਹੜੀ ਸਤਿਗੁਰੂ ਕੀ ਮੱਤ ਆ, ਜਿਹੜੀ ਗੁਰੂ ਕੀ ਉਪਦੇਸ਼ ਨੇ, ਉਹ ਸਾਡੇ ਜੀਵਨ ਦੀ ਘਾੜਤ ਨੂੰ ਘੜਦੇ ਨੇ। ਇਹ ਸਿਰਫ ਤੇ ਸਿਰਫ ਬਾਣੀ ਮੱਥਾ ਟੇਕਣ ਦੇ ਲਈ ਨਹੀਂ ਮਿਲੀ, ਪਰਿਕਰਮਾ ਕਰਨ ਦੇ ਲਈ ਨਹੀਂ ਮਿਲੀ, ਮਹਿੰਗੇ ਤੋਂ ਮਹਿੰਗੇ ਕੀਮਤੀ ਰੁਮਾਲੇ ਚੜਾਉਣ ਲਈ ਨਹੀਂ ਮਿਲੀ, ਪਾਲਕੀਆਂ ਸੋਨੇ ਦੀਆਂ ਬਣਾ ਕੇ ਉਹਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਨੂੰ ਨਹੀਂ ਮਿਲੀ। ਸਤਿਗੁਰੂ ਕਹਿੰਦੇ ਇਸ ਗੁਰੂ ਦੀ ਬਾਣੀ ਨੂੰ ਆਪਣੀ ਮੱਤ ਵਿੱਚ ਵਸਾ। ਸਤਿਗੁਰੂ ਦੀ ਬਾਣੀ ਮੱਤ ਸਰੂਪ ਦੇ ਵਿੱਚ ਟੇਕੇ ਇਸ ਜੀਵਨ ਦੀ ਘਾੜਤ ਘੜਨ ਵਾਸਤੇ ਮਿਲੀ ਹੈ। ਅੱਜ ਵੱਖਰੀ ਗੱਲ ਆ ਕਿ ਬੜੇ ਇੱਕ ਤਰੀਕੇ ਦੇ ਨਾਲ, ਜਿਵੇਂ ਅਸੀਂ, ਮੇਰੀ ਗੱਲ ਸ਼ਾਇਦ ਚੁਭਵੀਂ ਲੱਗੇ, ਹੋ ਸਕਦਾ ਕਈ ਵਾਰੀ ਕਈ ਮਨੁੱਖ ਨਹੀਂ ਪਕੜ ਪਾਉਂਦੇ, ਇਹ ਗੱਲ ਗੁੱਸੇ ਵਾਲੀ ਜ਼ਰੂਰ ਲੱਗੇਗੀ ਤੁਹਾਨੂੰ ਜਦੋਂ ਮੈਂ ਗੱਲ ਕਹੂੰਗਾ ਕਿ ਅਸੀਂ ਵੀ ਜਿਵੇਂ ਕੋਈ ਜਾ ਕੇ ਪੱਥਰ ਦੇ ਸਾਹਮਣੇ ਮੱਥਾ ਟੇਕਦਾ ਨਾ, ਅਸੀਂ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਇਸ ਤਰ੍ਹਾਂ ਹੀ ਮੱਥੇ ਟੇਕ ਰਹੇ ਹਾਂ, ਇੱਕ ਮੂਰਤੀ ਬਣਾ ਕੇ ਮੱਥੇ ਟੇਕ ਰਹੇ ਹਾਂ। ਜਦ ਕਿ ਸਤਿਗੁਰ ਨੇ ਕਿਹਾ ਸੀ ਗੁਰਮੂਰਤ ਗੁਰੂ ਸ਼ਬਦ ਹੈ। ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਦੀ ਮੂਰਤ ਨੂੰ ਵੇਖਣਾ ਚਾਹੁੰਦੇ ਤੇ ਗੁਰੂ ਦੇ ਸ਼ਬਦ ਦੀ ਸਮਝ ਜੀਵਨ ਵਿੱਚ ਅਪਣਾ। ਅਸੀਂ ਤਸਵੀਰਾਂ ਬਣਾ ਕੇ ਦੀਵਾਰ ਤੇ ਗੁਰੂ ਨਾਨਕ ਟੰਗ ਲੈ, ਗੁਰੂ ਗੋਬਿੰਦ ਸਿੰਘ ਜੀ ਟੰਗ ਲੈ, ਤਸਵੀਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਚੰਦ ਕੁ ਮਨੁੱਖਾਂ ਵੱਲੋਂ ਬਣਾਈਆਂ ਹੋਈਆਂ ਫੋਟੋਆਂ ਨੂੰ ਬਾਬਾ ਜਾਣ ਕੇ ਪੂਜਣਾ ਸ਼ੁਰੂ ਕਰ ਦਿੱਤਾ। ਜਦ ਕਿ ਸਤਿਗੁਰੂ ਗੁਰਦੇਵ ਜੀ ਕਹਿੰਦੇ ਅਕਾਲ ਮੂਰਤ, ਕੋਈ ਪਰਮਾਤਮਾ ਦੀ ਮੂਰਤ ਨਹੀਂ ਹੈ। ਪਰਮਾਤਮਾ ਮੂਰਤ ਤੋਂ ਰਹਿਤ ਆ ਤੇ ਉਹਦਾ ਸ਼ਬਦ, ਉਹਦਾ ਗਿਆਨ ਵੀ ਮੂਰਤ ਤੋਂ ਰਹਿਤ ਆ। ਜੇ ਸਾਹਿਬ ਕਹਿੰਦੇ ਕੋਈ ਹਿਰਦੇ ਵਿੱਚ ਕੋਈ ਤਸਵੀਰ ਲਾਉਣੀ ਹੈ ਤੇ ਗੁਰੂ ਸ਼ਬਦ ਦੀ ਲਾ, ਤਾਂ ਕਿ ਤੇਰੇ ਜੀਵਨ ਵਿੱਚ ਗੁਰੂ ਦੀ ਮੱਤ ਦਾ ਭਰੋਸਾ ਤੇ ਗੁਰੂ ਦੇ ਉੱਤੇ ਵਿਸ਼ਵਾਸ ਵੱਜ ਸਕੇ। ਸੋ ਇਹ ਮੈਂ ਸ਼ੁਰੂਆਤੀ ਤੌਰ ਤੇ ਨਿੱਕੀਆਂ ਨਿੱਕੀਆਂ ਬੇਨਤੀਆਂ ਤਾਂ ਕਰਦਾ ਹਾਂ ਕਿ ਸਾਨੂੰ ਐਕਚੁਅਲੀ ਤੌਰ ਤੇ ਗੁਰੂ ਦਾ ਦੱਸਿਆ ਰਸਤਾ ਸਮਝ ਆਵੇ, ਗੁਰੂ ਦਾ ਗਿਆਨ ਸਮਝ ਆਵੇ। ਅਸੀਂ ਇੱਧਰ ਉੱਧਰ ਨੂੰ ਭਟਕਣ ਦੀ ਬਜਾਏ ਇੱਕ ਬਿਲਕੁਲ ਆਪਣੇ ਨਿਸ਼ਾਨੇ ਤੇ, ਆਪਣੇ ਟਾਰਗੇਟ ਤੇ ਚੱਲ ਸਕੀਏ। ਤੇ ਸਾਡਾ ਟਾਰਗੇਟ, ਸਾਡਾ ਨਿਸ਼ਾਨਾ ਕੀ ਹੈ? ਸਤਿਗੁਰੂ ਕਹਿੰਦੇ ਮੈਂ ਚਾਹੁੰਦਾ ਤੂੰ ਰੱਬ ਵਰਗਾ ਬਣ ਜਾਵੇਂ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਵਰਗਾ ਤੂੰ ਚਾਹੀਦਾ। ਇਹ ਆਤਮਾ ਤੇਰੀ ਬਿਲਕੁਲ ਸਪਸ਼ਟ, ਬਿਲਕੁਲ ਨਿਰਮਲ, ਬਿਨਾਂ ਕਿਸੇ ਮੈਲ ਤੋਂ, ਬਿਨਾਂ ਕਿਸੇ ਕਪਟ ਤੋਂ ਚਾਹੀਦੀ ਹੈ, ਬਿਲਕੁਲ ਸ਼ੁੱਧ ਚਾਹੀਦੀ ਹੈ। ਜੇ ਇਹ ਤੂੰ ਆਤਮਾ ਨੂੰ ਸ਼ੁੱਧ ਕਰਨਾ ਚਾਹੁੰਦਾ ਹੈ ਤੇ ਬਿਲਕੁਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਫਿਲਾਸਫੀ ਹੈ, ਜਿਹੜੀ ਥਿਊਰੀ ਹੈ, ਉਹਨੂੰ ਪ੍ਰੈਕਟੀਕਲੀ ਜੀਵਨ ਦੇ ਵਿੱਚ ਅਪਣਾਉਣਾ ਸ਼ੁਰੂ ਕਰ ਦੇ। ਰੋਜ਼ਾਨਾ ਅਸੀਂ ਥੋੜ੍ਹੀ ਜਿਹੀ ਧਿਆਨ ਆਪਣੇ ਤੇ ਲਾਉਣਾ ਸ਼ੁਰੂ ਕਰੀਏ ਨਾ, ਜਦੋਂ ਕ੍ਰੋਧ ਆਉਂਦਾ ਹੈ,
ਸੁਭਾਵਕ ਆ ਜਾਂਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਬਹੁਤ ਤੇਜ਼ੀ ਹੈ। ਸਾਨੂੰ ਕਿਸੇ ਦੀ ਗੱਲ ਨਹੀਂ ਚੰਗੀ ਲੱਗੀ ਤਾਂ ਕ੍ਰੋਧ ਚੜ੍ਹ ਗਿਆ, ਕਿਸੇ ਦੀਆਂ ਹਰਕਤਾਂ ਨਹੀਂ ਚੰਗੀਆਂ ਲੱਗੀਆਂ ਤਾਂ ਚੜ੍ਹ ਗਿਆ। ਜਦੋਂ ਕ੍ਰੋਧ ਆਉਂਦਾ ਹੈ ਮਨੁੱਖ ਦੇ ਅੰਦਰ ਅੱਗ ਲੱਗ ਜਾਂਦੀ ਹੈ। ਉਸ ਸਮੇਂ ਇਹ ਗੱਲ ਚੇਤੇ ਰੱਖਣਾ ਹੈ, ਉਸ ਸਮੇਂ ਗੁਰੂ ਦੀ ਮੱਤ ਤੇ ਗੁਰੂ ਦੇ ਗਿਆਨ ਨੂੰ ਉਸ ਸਮੇਂ ਸਹੀ ਸਮੇਂ ਦੇ ਉੱਤੇ ਗੁਰਮਤਿ ਨੂੰ ਵਰਤਣਾ ਹੈ ਤੇ ਆਪਣੇ ਆਪ ਦੇ ਅੰਦਰ ਸਹਿਜ, ਆਪਣੇ ਆਪ ਦੇ ਅੰਦਰ ਉਸ ਸਮੇਂ ਉਸ ਕ੍ਰੋਧ ਭਰੀ ਸਿਚੁਏਸ਼ਨ ਚੋਂ ਬਾਹਰ ਨਿਕਲ ਕੇ ਨਿਮਰਤਾ ਤੇ ਪ੍ਰੇਮ ਦੇ ਵਿੱਚ ਆਉਣਾ ਹੈ। ਕਿਉਂਕਿ ਬਹੁਤ ਹੀ ਔਖਾ ਹੈ। ਜਿੰਨੀ ਮਿਹਨਤ ਕਰਕੇ ਤੁਸੀਂ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਸ਼ਬਦ ਨੂੰ ਆਪਣੇ ਵਿੱਚ ਪ੍ਰਗਾਸ ਕਰਦੇ ਹੋ ਨਾ, ਉਨੀ ਹੀ ਛੇਤੀ ਜਦੋਂ ਤੁਸੀਂ ਮੈਲੇ ਵਿਚਾਰ ਆਪਣੇ ਜੀਵਨ 'ਚ ਆਪਾਂ ਲੈ ਆਉਂਦੇ ਹਾਂ, ਉਨੀ ਛੇਤੀ ਇਹਦੇ ਅੰਦਰ ਜਿਹੜੇ ਉਹ ਲੁਟੇਰੇ ਵਿਕਾਰ ਬੈਠੇ ਨੇ ਉਹ ਲੁੱਟ ਲੈਂਦੇ ਨੇ ਸੱਚ ਨੂੰ। ਸੋ ਸੱਚੇ ਪਾਤਸ਼ਾਹ ਕਹਿੰਦੇ, ਮੈਂ ਤੈਨੂੰ ਹਰ ਵਕਤ ਇਹੀ ਗੱਲ ਸਮਝਾਉਣੀ ਚਾਹੁੰਦਾ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਅੱਜ ਦੇ ਜਿਹੜੇ ਪਾਵਨ ਸ਼ਬਦ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਜੋ ਸ਼੍ਰੀ ਰਾਗ ਤੋਂ ਚੱਲ ਰਹੀ ਹੈ, ਜਿਹਦੇ ਵਿੱਚ ਅੱਜ ਤੱਕ ਆਪਾਂ ਕੱਲ੍ਹ ਤੱਕ ਆਪਾਂ 64 ਨੰਬਰ 64 ਨੰਬਰ ਸ਼ਬਦ ਜਿਹੜੇ ਸ਼੍ਰੀ ਰਾਗ ਦੇ ਨੇ ਉੱਥੇ ਤੱਕ ਵਿਚਾਰ ਕਰ ਚੁੱਕੇ ਹਾਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 39 ਤੱਕ ਇਹ ਜਿਹੜਾ ਸ਼ਬਦ ਅੱਜ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਸ਼ਬਦ ਨੰਬਰ ਹੈ 65 ਨੰਬਰ ਸ਼ਬਦ ਆ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 39 ਤੋਂ ਲੈ ਕੇ 40 ਨੰਬਰ ਤੱਕ, 39 ਤੋਂ ਲੈ ਕੇ 40 ਤੱਕ ਸੁਭਾਏ ਮਾਨਿਆ। ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਇਹ ਵੀ ਪਾਵਨ ਸ਼ਬਦ ਸਾਹਿਬ ਧੰਨ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਇਸ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਕੀ ਸਮਝਾ ਰਹੇ ਨੇ, ਆਓ ਅੱਜ ਦੇ ਪਾਵਨ ਸ਼ਬਦ ਨਾਲ ਜੁੜੀਏ। ਆਪ ਸਾਰਿਆਂ ਸਰੋਤਿਆਂ, ਗੁਰਬਾਣੀ ਗੁਰੂ ਮੱਤ 'ਤੇ ਚੱਲਣ ਵਾਲਿਆਂ, ਗੁਰੂ ਜੀ ਕੇ ਪਾਵਨ ਸਿਧਾਂਤਾਂ ਨਾਲ ਪਿਆਰ ਕਰਨ ਵਾਲਿਆਂ ਗੁਰਸਿੱਖਾਂ ਦਾ ਜੀ ਆਇਆਂ ਨੂੰ ਕਰਦਿਆਂ ਹੋਇਆਂ ਆਓ ਅੱਜ ਦੇ ਸ਼ਬਦ, ਅੱਜ ਦੀ ਬਾਣੀ, ਅੱਜ ਦੇ ਗੁਰੂ ਉਪਦੇਸ਼ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਜੀਵਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ। ਸਾਹਿਬ ਕਹਿੰਦੇ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ। ਹੇ ਮੇਰੇ ਆ ਪਾਤਸ਼ਾਹ, ਹੇ ਮੇਰੇ ਸੱਚੇ ਗਿਆਨ ਦੇ ਮਾਲਕ, ਮੇਰੇ ਸੱਚੇ ਗੁਰੂ ਜੀ, ਸੱਚ ਜਾਣੀ ਤੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ, ਹੋਰ ਕੋਈ ਆਸਰਾ ਨਹੀਂ ਹੈ। ਕੱਲ੍ਹ ਦਾ ਜਿਹੜਾ ਸ਼ਬਦ ਆਪਾਂ ਸਰਵਣ ਕੀਤਾ ਸੀ 64 ਨੰਬਰ ਸ਼ਬਦ, ਉਹਦੀਆਂ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਸਨ, ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਸੀ, ਹੇ ਮੇਰੇ ਮਨ, ਜੇ ਤੂੰ ਜ਼ਿੰਦਗੀ ਦੇ ਵਿੱਚ ਕੋਈ ਆਸਰਾ ਸਦੀਵੀ ਲੱਭਣਾ ਚਾਹੁੰਦਾ ਹੈ, ਜੇ ਕੋਈ ਸਦੀਵੀ ਸਹਾਰਾ ਆਪਣਾ ਬਣਾਉਣਾ ਚਾਹੁੰਦਾ ਹੈ ਤੇ ਉਹ ਗੁਰੂ ਸ਼ਬਦ ਨੂੰ ਬਣਾ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾ। ਹੁਣ ਕੱਲ੍ਹ ਇਹਦੇ ਉੱਪਰ ਪੂਰੀ ਡਿਟੇਲ ਗੁਰੂ ਸਾਹਿਬ ਨੇ ਦੱਸੀ ਸੀ ਕਿ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਤੈਨੂੰ ਵਿੱਚੋਂ ਹਉਮੈ ਮੁਕਾਉਣੀ ਪਊਗੀ, ਕਿਉਂਕਿ ਜੇ ਤੂੰ ਹਉਮੈ ਤੇ ਈਗੋ ਨੂੰ ਨਾਲ ਲੈ ਕੇ ਤੁਰੇਂਗਾ, ਸੋਚੇਂਗਾ ਕਿ ਮੈਂ ਕਰਕੇ ਤੂੰ ਗੁਰੂ ਦੀ ਚਰਨਾਂ ਵਿੱਚ ਸਮਰਪਿਤ ਹੋ ਜਾਵੇਂਗਾ, ਇਹ ਹਰਗਿਜ਼ ਨਹੀਂ ਹੋ ਸਕਦਾ। ਇਹ ਤੇ ਇਵੇਂ ਆ, ਜੇ ਮੈਂ ਵਾਲਾ ਮਨੁੱਖ ਤੇ ਇਵੇਂ ਜਿਵੇਂ ਕਿਸੇ ਨੂੰ ਕੋਈ ਚੀਜ਼ ਉਧਾਰੀ ਵਰਤਣ ਲਈ ਦਿੱਤੀ ਹੋਵੇ ਤੇ ਜਦੋਂ ਮਰਜ਼ੀ ਜਾਵੇ ਤੇ ਜਾ ਕੇ ਲੈ ਆਵੇ ਵਾਪਸ। ਸਾਡੀ ਹਾਲਤ ਇਹੀ ਹੈ। ਅਸੀਂ ਇੱਕ ਬੰਨੇ ਕਹਿੰਦੇ ਹਾਂ ਅਸੀਂ ਗੁਰੂ ਦੇ ਸਿੱਖ ਹਾਂ, ਸਮਰਪਣ ਵੀ ਕਰਦੇ ਹਾਂ, ਇੱਕ ਮਿੰਟ ਨਹੀਂ ਹੁੰਦਾ ਕਿ ਜਦੋਂ ਜਾ ਕੇ ਦੁਬਾਰਾ ਗੁਰੂ ਕੋਲੋਂ ਮੰਗਣ ਲੱਗ ਪੈਂਦੇ ਆ, ਦੇ ਦਿਓ ਮੇਰਾ ਮਨ ਵਾਪਸ। ਮੇਰਾ ਨਹੀਂ ਜੀ, ਜਿਵੇਂ ਇੱਕ ਛੋਟਾ ਬੱਚਾ ਕਰਦਾ ਨਾ, 1 ਮਿੰਟ ਪਹਿਲਾਂ ਉਹਦੇ ਮਨ ਵਿੱਚ ਦਿਆਲਤਾ ਜੀ ਆਉਂਦੀ ਹੈ, ਪਰ ਆਪਣੇ ਬਾਪ ਦੀਆਂ ਗੱਲਾਂ ਤੋਂ, ਮਾਤਾ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਹੈ, ਸ਼ੇਅਰ ਕਰਨ ਦੀ ਉਹਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ। ਜੇ ਇੱਧਰ ਅਜੇ ਚੀਜ਼ ਦਿੰਦਾ ਹੈ, ਫਿਰ ਪਤਾ ਨਹੀਂ ਮਨ ਵਿੱਚ ਕੀ ਕਾਹਲਾਪਨ ਆਉਂਦਾ, ਜਾ ਕੇ ਫਿਰ ਉਹ ਆਪਣੇ ਮਿੱਤਰ ਕੋਲੋਂ, ਆਪਣੇ ਭਰਾ ਕੋਲੋਂ ਚੀਜ਼ ਖੋਹ ਲੈਂਦਾ ਹੈ, ਮੇਰੀ ਚੀਜ਼ ਮੈਨੂੰ ਵਾਪਸ ਦੇ ਦੇ। ਇਹ ਹਾਲਤ ਅੱਜ ਅਸੀਂ ਸਰੀਰ ਕਰਕੇ ਵੱਡੇ ਹੋ ਗਏ ਹਾਂ, ਪਰ ਮਨ ਸਾਡਾ ਉਹੀ ਹੈ, ਉੱਥੇ ਹੀ ਖਲੋਤਾ ਹੈ। ਅਸੀਂ ਵੀ ਇੰਝ ਹੀ ਕਰਦੇ ਹਾਂ, ਮੱਥਾ ਟੇਕਦੇ ਹਾਂ ਗੁਰੂ ਜੀ ਅੱਗੇ, ਕਥਾ ਸੁਣੀ, ਗੁਰੂ ਦੀ ਗੱਲ ਸੁਣੀ, ਹਿਰਦੇ ਨੂੰ ਜਾ ਕੇ ਟੱਚ ਹੋਈ, ਅੱਜ ਮੈਂ ਨਾ ਗੁਰੂ ਦੇ ਮੱਤ ਮੁਤਾਬਕ ਹੀ ਤੁਰਨਾ, ਅੱਜ ਮੈਂ ਸਮਰਪਣ ਕਰ ਦੇਣਾ। ਹੇ ਮੇਰੇ ਪਾਤਸ਼ਾਹ ਜੀ, ਮੈਨੂੰ ਸਮਝ ਆ ਗਈ ਹੈ, ਤੂੰ ਹੀ ਮੇਰਾ ਆਸਰਾ ਹੈ,
ਇੱਧਰ ਹਲਕੀ ਜੀ ਦੁੱਖ ਦੀ ਕੋਈ ਨਿੱਕੀ ਜੀ ਲਹਿਰ ਤੇ ਪੀੜਾ ਪਈ ਨਹੀਂ, ਇਹਨੇ ਤੁਰੰਤ ਗਿਆ, ਮੇਰਾ ਮਨ ਮੈਨੂੰ ਵਾਪਸ ਦੇ ਦਿਓ, ਮੈਂ ਨਹੀਂ ਤੁਹਾਡੇ ਕੋਲ ਆਉਣਾ, ਤੁਹਾਡੇ ਕੋਲ ਆ ਕੇ ਕੀ ਮਿਲਿਆ, ਮੈਂ ਜਾ ਕੇ ਕਿਤੇ ਹੋਰ ਮੰਗੂੰਗਾ। ਇਹੀ ਹਾਲਤ ਆ ਸਾਡੀ। ਇੰਨੇ ਅਸੀਂ ਬੁਖਲਾਏ ਹੋਏ ਹਾਂ, ਇੰਨਾ ਸਾਡੇ ਜੀਵਨ 'ਚ ਕਾਲਾ ਪਾਉਂਦੇ ਹਾਂ, ਕਿਉਂਕਿ ਜਿਹੜੀ ਹਉਮੈ ਆ ਨਾ, ਜਿਹੜੀ ਸਾਡੇ ਅੰਦਰ ਮੈਂ ਦੀ ਭਾਵਨਾ ਟਿਕੀ ਹੈ, ਆਪਣੇ ਆਪ ਦੀਆਂ ਸਿਆਣਪਾਂ ਤੇ ਚਤੁਰਾਈਆਂ ਕਰਨ ਦੀਆਂ ਜਿਹੜੀਆਂ ਸਾਡੀਆਂ ਆਦਤਾਂ ਹੈ, ਆਪਣੇ ਆਪ ਨੂੰ ਵਿਖਾਉਣ ਦੀ, ਆਪਣੇ ਆਪ ਨੂੰ ਸ਼ੋਅ ਅਪ ਕਰਨ ਦੀ, ਆਪਣੇ ਆਪ ਨੂੰ ਜਤਲਾਉਣ ਦੀ ਜਿਹੜੀ ਸਾਡੀ ਆਦਤ ਆ ਨਾ, ਜਦ ਤੱਕ ਇਹ ਨਹੀਂ ਨਾ ਸਾਡੇ ਜੀਵਨ 'ਚੋਂ ਮੁੱਕਦੀ, ਸਾਡਾ ਭਲਾ ਨਹੀਂ ਹੋ ਸਕਦਾ। ਅਤੇ ਇਹ ਸਾਡੀ ਮੁੱਕਣੀ ਬਹੁਤ ਔਖੀ ਹੈ, ਕਿਉਂਕਿ ਇਹ ਜਿਹੜੀ ਹੈ ਨਾ ਆਦਤ, ਇਹ ਸਾਨੂੰ ਇੰਝ ਮਹਿਸੂਸ ਹੁੰਦਾ ਜਦੋਂ ਕਿਤੇ ਸਾਨੂੰ ਕੋਈ ਨਾ ਪੁਆਇੰਟ ਆਊਟ ਕਰੇ ਜਾਂ ਨੋਟਿਸ ਨਾ ਕਰੇ, ਸਾਨੂੰ ਬੜਾ ਗੁੱਸਾ ਚੜ੍ਹਦਾ ਹੈ, ਅਸੀਂ ਘਰ ਆ ਜਾਂਦੇ ਹਾਂ। ਕਿਉਂਕਿ ਮੈਨੂੰ ਅੱਜ ਉੱਥੇ ਨੋਟਿਸ ਨਹੀਂ ਕੀਤਾ ਗਿਆ, ਮੈਨੂੰ ਅੱਜ ਉੱਥੇ ਮੇਰੀ ਹਉਮੈ ਨੂੰ ਪੱਠੇ ਨਹੀਂ ਪਾਏ ਗਏ। ਸਭ ਕਹਿੰਦੇ ਇਵੇਂ ਨਹੀਂ ਜੀ ਉਹ ਗੱਲ ਬਣਨੀ, ਤੈਨੂੰ ਸਮਰਪਣ ਹੋਣਾ ਪੈਣਾ ਹੈ, ਲੋਕਾਂ ਦੀ ਪਰਵਾਹ ਛੱਡਣੀ ਪੈਣੀ ਹੈ, ਬੇਪਰਵਾਹ ਹੋ ਕੇ ਤੁਰਨਾ ਪਏਗਾ, ਲੋਕਾਂ ਦੀ ਪਰਵਾਹ ਨਹੀਂ ਕਰਨੀ। ਤੂੰ ਆਪਣਾ ਇੱਕ ਰਸਤਾ ਨਾਪ ਲਾ, ਇੱਕ ਰਸਤਾ ਬਣਾ ਲਾ, ਉਹ ਰਸਤਾ ਗੁਰੂ ਦੇ ਹੁਕਮ ਤੇ ਗੁਰੂ ਦੇ ਸਿਧਾਂਤ 'ਤੇ ਚੱਲਣ ਦਾ ਹੈ। ਅਤੇ ਚੇਤਾ ਰੱਖੀ, ਗੁਰੂ ਦੀ ਮੱਤ 'ਤੇ ਤੁਰਨ ਵਾਲਿਆਂ ਨੂੰ ਕੋਈ ਨੋਟਿਸ ਨਹੀਂ ਕਰਦਾ, ਸੱਚ ਬੋਲਣ ਵਾਲਿਆਂ ਨੂੰ ਬਹੁਤ ਘੱਟ ਲੋਕ ਨੋਟਿਸ ਕਰਦੇ ਨੇ। ਇਸੇ ਕਰਕੇ ਦੁਨੀਆ ਵਿੱਚ ਦੋ ਤਰੀਕੇ ਦੀ ਪਬਲਿਸਿਟੀ ਹੈ, ਇੱਕ ਹੈ ਕੰਟਰੋਵਰਸੀ ਦੀ, ਇੱਕ ਹੈ ਸੱਚ ਦੀ। ਕੰਟਰੋਵਰਸੀ ਦੀ ਜਿਹੜੀ ਪਬਲਿਸਿਟੀ ਹੈ ਨਾ, ਉਹਦੇ ਵਿੱਚ ਲੋਕੀ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਅੱਜ ਆਉਣਾ ਚਾਹੁੰਦੇ ਨੇ, ਬਹੁਤਾਤ ਆਉਂਦੇ ਨੇ। ਕੋਈ ਗੱਲ ਐਵੇਂ ਕਹਿ ਦਿੱਤੀ ਜਿਹਦਾ ਕੋਈ ਤੁਕਬੰਦੀ ਨਹੀਂ, ਬਾਅਦ ਵਿੱਚ ਕੁਝ ਸਮੇਂ ਦੀ ਪਬਲਿਸਿਟੀ ਕਰਾਈ, ਆਪਣੀ ਹਉਮੈ ਨੂੰ ਪੱਠੇ ਪਵਾ ਲਏ, ਬਾਅਦ ਵਿੱਚ ਫਿਰ ਮੁੱਕਰ ਗਏ। ਬਹੁਤਾਤ ਐਸੇ ਲੀਡਰ ਵੀ ਮਿਲ ਜਾਣਗੇ ਤੁਹਾਨੂੰ, ਮੇਰੇ ਵਰਗੇ ਪ੍ਰਚਾਰਕ ਜਿਹੜੇ ਕਹਿਣਗੇ ਅਸੀਂ ਸੱਚ ਨਾਲ ਖਲੋਤੇ ਹਾਂ ਜੀ, ਉੱਧਰੋਂ ਮਾੜਾ ਜਿਹਾ ਡਰਾਵਾ ਆਇਆ ਨਹੀਂ ਅਤੇ ਸਭ ਕੁਝ ਛੱਡ ਛਡਾ ਕੇ ਫਿਰ ਉਹੀ ਕਰਮਕਾਂਡ ਅਤੇ ਪਖੰਡਾਂ ਦਾ ਪ੍ਰਚਾਰ। ਕਿਉਂਕਿ ਸੱਚ 'ਤੇ ਤੁਰਨਾ, ਹੁਣ ਤੁਸੀਂ ਦੇਖੋ, ਜਦੋਂ ਤੁਸੀਂ ਗੁਰੂ ਦੀ ਮੱਤ ਨੂੰ ਆਪਾਂ ਅਪਣਾਉਂਦੇ ਹਾਂ, ਜਦੋਂ ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਹਾਂ, ਉਦੋਂ ਇਹ ਮਨ ਬਾਰ-ਬਾਰ ਸਾਨੂੰ ਕਹਿੰਦਾ ਛੱਡ ਪਰੇ, ਇਹ ਕੱਖ ਨਹੀਂ ਰੱਖਿਆ ਗੁਰੂ ਦੇ ਵਿੱਚ। ਕੀ ਰੱਖਿਆ? ਕਿਉਂਕਿ ਜਦੋਂ ਸਤਿਗੁਰ ਦੀ ਮੱਤ 'ਤੇ ਤੁਰਨਾ ਉਦੋਂ ਤਿਆਗਣਾ ਹੀ ਤਿਆਗਣਾ ਪੈਣਾ, ਆਪਣੇ ਅੰਦਰੋਂ ਵਿਕਾਰ ਤਿਆਗਣੇ ਪੈਣੇ ਨੇ, ਆਪਣੇ ਅੰਦਰ ਦੀਆਂ ਜਿਹੜੀ ਆਹੰਗ ਦੀਆਂ ਬਿਰਤੀਆਂ ਤਿਆਗਣੀਆਂ ਪੈਣੀਆਂ। ਜਿਹੜਾ ਮਨ ਇੰਨੀ ਛੇਤੀ ਨਾ ਸਮਝਿਓ ਕਿ ਮਨ ਇੰਨਾ ਭੋਲਾ ਹੈ ਜਾਂ ਇੰਨਾ ਜਿਹੜਾ ਮਨ ਜਿਹੜਾ ਛੇਤੀ ਐਕਸੈਪਟ ਕਰ ਲਏਗਾ, ਉਮਰਾਂ ਲੰਘ ਜਾਂਦੀਆਂ ਨੇ। ਇਸੇ ਕਰਕੇ ਰੋਜ਼ ਮਿਹਨਤ ਆ, ਇੱਕ ਸ਼ਬਦ ਦੀ ਰੋਜ਼ ਮਿਹਨਤ ਆ, ਰੋਜ਼ ਆਪਣੇ ਮਨ ਨੂੰ ਪੜਚੋਲਣ ਦੀ, ਸਮਝਾਉਣ ਦੀ, ਸੰਭਾਲਣ ਦੀ ਲੋੜ ਆ, ਰੋਜ਼ ਆਪਣੇ ਮਨ ਨੂੰ ਗੁਰੂ ਦੀ ਮੱਤ 'ਤੇ ਤੋਰਨ ਦੀ ਲੋੜ ਆ। ਉਹਦੇ ਵਾਸਤੇ ਹੀ ਆਪਾਂ ਇਹ ਸਾਰਾ ਯਤਨ ਕਰ ਰਹੇ ਹਾਂ ਕਿ ਕਿਸੇ ਬਹਾਨੇ ਇਸ ਮਨ ਨੂੰ ਫੜ ਲਈਏ, ਇਸ ਮਨ ਨੂੰ ਪਕੜ 'ਚ ਲੈ ਆਈਏ, ਇਸ ਮਨ ਨੂੰ ਇਹ ਸਿਖਾ ਦਈਏ। ਕੀ ਸਿਖਾਈਏ? ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ। ਹੇ ਮੇਰੇ ਸੱਚੇ ਗੁਰੂ ਜੀ, ਸਤਿਗੁਰੂ ਸ਼ਬਦ ਆ, ਸੱਚੇ ਗਿਆਨ ਦੇ ਮਾਲਕ, ਮੈਨੂੰ ਗੁਰੂ ਦੀ ਮੱਤ ਦੇਣ ਵਾਲੇ, ਮੈਨੂੰ ਚੰਗੇ ਪਾਸੇ ਲਾਉਣ ਵਾਲੇ ਮੇਰੇ ਸੱਚੇ ਗੁਰੂ ਜੀ, ਤੇਤੋਂ ਬਿਨਾ ਮੇਰਾ ਹੋਰ ਕੋਈ ਵੀ ਆਸਰਾ ਨਹੀਂ, ਸਹਾਰਾ ਨਹੀਂ, ਹੋਰ ਕੋਈ ਵੀ ਮੇਰੇ ਵਾਸਤੇ ਕੋਈ ਟੇਕ ਨਹੀਂ। ਮੈਨੂੰ ਇਹ ਸਮਝ ਪੈ ਗਈ ਹੈ, ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰਾ ਸਹਾਰਾ ਹੈ, ਤੂੰ ਹੀ ਮੇਰੀ ਟੇਕ ਹੈ। ਹਮ ਮੂਰਖ ਮੁਗਧ ਸ਼ਰਨਾਗਤੀ। ਦੇਖੋ ਕੈਸੇ ਬਚਨ ਨੇ। ਜਦੋਂ ਮੈਂ ਗੁਰੂ ਸ਼ਬਦ ਨਾਲ ਜੁੜਦਾ ਵਾਂ ਨਾ, ਪ੍ਰਭਾਵਿਤ ਇੰਨਾ ਹੋ ਜਾਂਦਾ ਕਈ ਵਾਰੀ ਕਿ ਮੇਰੇ ਸਤਿਗੁਰੂ ਜੀ ਦੇ ਲਿਖਣ ਦਾ ਢੰਗ, ਐਕਸਪਲੇਨ ਕਰਨ ਦਾ ਢੰਗ, ਸਮਝਾਉਣ ਦਾ ਢੰਗ ਬੜਾ ਹੀ ਪਿਆਰਾ ਹੈ। ਹੁਣ ਇੱਥੇ ਗੁਰੂ ਜੀ ਨੇ ਮੂਰਖ ਮੁਗਧ ਦੀ ਗੱਲ ਕੀਤੀ ਹੈ ਅਤੇ ਇੱਥੇ ਤੂੰ ਨਹੀਂ ਕਿਹਾ। ਦੇਖੋ ਇੱਥੇ ਪਤਾ ਕੀ ਕਹਿੰਦੇ ਨੇ, ਹਮ ਪਹਿਲਾਂ ਲਾਇਆ ਹੈ। ਸਮਝਾਉਣ ਤੇ ਇੰਨੀ ਨਿਮਰਤਾ, ਇੰਨਾ ਸਤਿਕਾਰ ਕੀਤਾ ਗਿਆ ਹੈ ਕਿਸੇ ਮਨੁੱਖ ਨੂੰ। ਅੱਜ ਸਾਡੇ ਵਾਂਗੂ ਤੇ ਅਸੀਂ ਕਿਸੇ ਨੂੰ ਜੇ ਸਮਝਾਉਣਾ ਵੀ ਚਾਹੁੰਦੇ ਹਾਂ ਨਾ, ਤੇ ਉਹ ਵੀ ਹਉਮੈ ਵਿੱਚ ਸਮਝਾਉਂਦੇ ਹਾਂ ਵੀ ਮੈਨੂੰ ਸਮਝ ਆ ਗਈ ਹੈ, ਹੁਣ ਮੈਂ ਤੈਨੂੰ ਸਮਝਾ ਕੇ ਛੱਡਣਾ ਹੈ। ਆਹੀ ਚੀਜ਼ਾਂ ਨਾ ਸਾਡੇ ਜੀਵਨ 'ਚ। ਅਸੀਂ ਆਪਣੇ ਬੱਚੇ ਨੂੰ ਵੀ ਇਹ ਕਹਿ ਕੇ ਸਮਝਾਉਂਦੇ, ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣਾ, ਮੈਂ ਤਾਂ ਤੈਨੂੰ ਸਮਝਾਉਣ ਲੱਗਾ। ਇਸੇ ਕਰਕੇ ਸਾਡੀ ਸਮਝਾਉਣ ਦੀ ਸ਼ਕਤੀ ਦੇ ਵਿੱਚ ਕ੍ਰੋਧ ਹੁੰਦਾ ਹੈ। ਅਸੀਂ ਇਹ ਨਹੀਂ ਕਿ ਅਸੀਂ ਚੰਗੀ ਗੱਲ ਕਹਿ ਰਹੇ ਹਾਂ, ਮਾੜੀ ਗੱਲ ਕਹਿ ਰਹੇ ਹਾਂ, ਚੰਗੀ ਗੱਲ ਰਹੇ ਹਾਂ, ਪਰ ਉਸ ਚੰਗੀ ਗੱਲ ਦੇ ਵਿੱਚ ਸਾਡੀ ਹਉਮੈ ਤੇ ਸਾਡਾ ਕ੍ਰੋਧ ਝਲਕ ਰਿਹਾ।
ਸਤਿਗੁਰੂ ਦੇ ਸਮਝਾਉਣ ਦਾ ਢੰਗ ਦੇਖੋ ਕਿੰਨਾ ਪਿਆਰਾ ਹੈ। ਸਤਿਗੁਰੂ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ। हे ਮੇਰੇ ਪਾਤਸ਼ਾਹ ਜੀ, हे ਮੇਰੇ ਵਾਹਿਗੁਰੂ ਜੀ, ਹਮ ਅਸੀਂ ਕੀ ਹੈ? ਅਸੀਂ ਕੀ ਹਾਂ? ਮੂਰਖ ਹਾਂ, ਆਪਣੇ ਮੂੰਹ ਦੀਆਂ ਹੀ ਰੱਖਦੇ ਹਾਂ। ਜੋ ਸਾਡੇ ਮਨ ਵਿੱਚ ਖਿਆਲ ਆਉਂਦੇ ਆ ਫਟਾਫਟ ਕਹਿ ਦਿੰਦੇ ਹਾਂ, ਧੜਾ ਧੜ ਕਹਿ ਦਿੰਦੇ ਹਾਂ, ਕਿਉਂਕਿ ਅਸੀਂ ਜੋ ਮੂੰਹ 'ਚ ਆਇਆ ਹੈ ਉਹ ਰੱਖਦੇ ਹਾਂ। ਤੇਰੀ ਮੱਤ ਨੂੰ ਨਹੀਂ ਸੋਚਦੇ, ਤੇਰੇ ਦਿੱਤੇ ਹੋਏ ਉਪਦੇਸ਼ਾਂ ਦੀ ਵਿਚਾਰ ਨਹੀਂ ਕਰਦੇ, ਆਪਣੀ ਮੱਤ ਨੂੰ ਤੇਰੇ ਹੁਕਮ ਤੇ ਨਹੀਂ ਤੋੜਦੇ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਪਣੇ ਅੰਦਰ ਬੈਠੀਆਂ ਹੋਈਆਂ ਵਿਵਚਾਰੀ ਸੋਚਾਂ ਨੂੰ, ਆਪਣੇ ਬੈਠੇ ਹੋਏ ਅਹੰਕਾਰ ਦੀਆਂ ਬਿਰਤੀਆਂ ਨੂੰ ਤੁਰੰਤ ਇਸ ਮਨ ਦੇ ਪਿੱਛੇ ਲੱਗ ਕੇ ਮੂੰਹ ਦੀਆਂ ਰੱਖ ਰਹੇ ਹਾਂ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ, ਆਹ ਮਨੁੱਖ ਵੀਂਦਾ ਹੀ ਨਹੀਂ, ਵੱਡਾ ਛੋਟਾ ਜੋ ਆਇਆ ਮੂੰਹ 'ਚੋਂ ਬੋਲ ਦਿੰਦਾ। ਉਹਨੂੰ ਆਮ ਕਰਕੇ ਸ਼ਬਦ ਕਹਿੰਦੇ ਮੂੰਹ ਰੱਖ, ਜਿਹੜਾ ਮੂੰਹ ਦੀਆਂ ਰੱਖੇ, ਜੋ ਆਇਆ ਬੋਲ ਦਵੇ। ਸਤਿਗੁਰੂ ਗੁਰਦੇਵ ਕਹਿੰਦੇ ਹੁਣ ਸਮਝਾਉਣਾ ਹੈ, ਇਹ ਨਹੀਂ ਕਿ ਗੁਰੂ ਜੀ ਮੂਰਖ ਨੇ, ਮਾਫ ਕਰ ਦਿਓ, ਮੇਰੇ ਸਤਿਗੁਰ ਤੇ ਬੜੇ ਪਿਆਰੇ ਨੇ, ਪਰ ਸਾਹਿਬ ਕਹਿੰਦੇ ਆ ਮੇਰਾ ਬੱਚਾ ਹੈ। ਮਾਤਾ ਪਿਤਾ ਨੂੰ ਵੀ ਜੇ ਅੱਜ ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਗੁਰੂ ਵਾਂਗੂ ਸਮਝਾਉਣਾ ਪਊਗਾ। ਆਪਣੇ ਆਪ ਘਰ ਦੇ ਵਿੱਚ ਪਵਿੱਤਰਤਾ ਆਉਣੀ ਸ਼ੁਰੂ ਹੋ ਜਾਵੇਗੀ। ਆਪਣੀ ਬੱਚੇ ਨੂੰ ਸਮਝਾਉਣ ਤੋਂ ਪਹਿਲਾਂ ਇਹ ਸੋਚ ਕੇ ਸਮਝਾਓ ਵੀ ਇਹ ਅਵਗੁਣ ਜਿਹੜਾ ਮੈਂ ਬੱਚੇ ਦਾ ਕੱਢਣ ਲੱਗਾ ਹੈ, ਕਿਤੇ ਮੇਰੇ ਵਿੱਚ ਤੇ ਇਹ ਨਹੀਂ। ਜੇ ਮੇਰੇ ਵਿੱਚ ਵੀ ਉਹ ਅਵਗੁਣ ਹੋਊਗਾ ਨਾ, ਮੈਂ ਆਪਣੇ ਬੱਚੇ ਦੇ ਜੀਵਨ 'ਚੋਂ ਨਹੀਂ ਕੱਢ ਸਕਦਾ। ਇਸੇ ਕਰਕੇ ਪ੍ਰਥਮੈ ਮਨ ਪ੍ਰਬੋਧੇ ਆਪਣਾ। ਜੇ ਇਹ ਪ੍ਰਚਾਰਕਾਂ ਤੇ ਲੱਗਦਾ ਨਾ, ਇਹ ਸਾਡੇ ਘਰੇਲੂ ਜੀਵਨ ਤੇ ਵੀ ਲੱਗਦਾ ਹੈ, ਮਾਤਾ ਪਿਤਾ ਤੇ ਵੀ ਲੱਗਦਾ ਹੈ। ਘਰ ਦੇ ਮਾਹੌਲ ਨੂੰ ਜੇ ਅਸੀਂ ਸ਼ਾਂਤਮਈ ਬਣਾਉਣਾ ਚਾਹੁੰਦੇ ਹਾਂ, ਪਹਿਲਾਂ ਆਪ ਪੂਰਨੇ ਪਾਉਣੇ ਪੈਣਗੇ, ਆਪ ਤੁਰਨਾ ਪਊਗਾ। ਤੁਰਨ ਲੱਗਿਆਂ ਗੁਰੂ ਸਾਹਿਬ ਕਹਿੰਦੇ ਮੈਂ ਆਪ ਤੁਰ ਰਿਹਾ ਤੇਰੇ ਲਾਗੇ, ਮੈਨੂੰ ਪਤਾ ਹੈ ਤੂੰ ਇਕੱਲੇ ਨੇ ਨਹੀਂ ਤੁਰਨਾ, ਚੱਲ ਮੈਂ ਤੇਰੇ ਨਾਲ ਤੁਰਦਾ, ਤੇਰੇ ਅੱਗੇ ਲੱਗਦਾ, ਤੂੰ ਮੇਰੇ ਨਾਲ ਖੜ। ਆਪਾਂ ਰਲ ਮਿਲ ਕੇ ਆਪਣੇ ਪ੍ਰੀਤਮ ਪਰਮਾਤਮਾ ਦੇ ਅੱਗੇ ਖੜ ਜਾਂਦੇ ਹਾਂ ਤੇ ਪਿਆਰ ਦੀ ਗੱਲ ਉਹਦੇ ਅੱਗੇ ਅਰਦਾਸ ਕਰ ਲੈਂਦੇ ਹਾਂ। ਹੁਣ ਸਾਹਿਬ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ। हे ਮੇਰੇ ਪਰਮਾਤਮਾ ਜੀ, ਨੰਬਰ 1 ਤੇ ਅਸੀਂ ਮੂਰਖ ਹਾਂ, ਨੰਬਰ 2 ਤੇ ਅਸੀਂ ਅਣਜਾਣ ਹਾਂ। ਮੁਗਧ ਦਾ ਅਰਥ ਆ ਅਣਜਾਣ, ਸ਼ਰਨਾਗਤੀ ਤੇਰੀ ਸ਼ਰਨ ਵਿੱਚ ਆਏ ਹਾਂ। ਹਮ ਮੂਰਖ ਮੁਗਧ ਸ਼ਰਨਾਗਤੀ, ਤੇਰੀ ਸ਼ਰਨ ਵਿੱਚ ਆ ਕੇ ਖੜ ਗਏ ਹਾਂ। ਕਰ ਕਿਰਪਾ ਮੇਲੇ ਹਰ ਸੋਏ, ਤੂੰ ਕਿਰਪਾਲੂ, ਤੂੰ ਕਿਰਪਾ ਕਰ, ਤੂੰ ਰਹਿਮਤ ਕਰ, ਤੂੰ ਪਿਆਰ ਦੀ ਨਿਗਾਹ ਸਾਡੇ ਵੱਲ ਕਰ, ਸਾਡੇ ਖੱਤਿਆਂ ਨੂੰ ਨਾ ਚਿਤਾਰ। ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ, ਗੁਨਾਹਾਂ ਦੇ ਭਰੇ ਹੋਏ ਹਾਂ, ਪਖੰਡ ਦੇ ਭਰੇ ਹੋਏ ਹਾਂ, ਭਰਮ ਦੇ ਭਰੇ ਹੋਏ ਹਾਂ। ਕਈ ਵਾਰੀ ਹਿਰਦੇ 'ਚ ਨਾ ਇਤਨਾ ਬੈਰਾਗ ਆ ਜਾਂਦਾ, ਬਿਰਹਾ ਆ ਜਾਂਦਾ, ਇੰਜ ਲੱਗਦਾ ਕਿ ਗੁਰੂ ਜੀ ਨਾਲ ਖਲੋਤੇ ਨੇ ਤੇ ਅੱਜ ਸਾਡਾ ਗੁਰੂ ਸਾਡੀ ਬਾਂਹ ਫੜ ਕੇ ਸਾਨੂੰ ਪਰਮਾਤਮਾ ਨਾਲ ਜੋੜਨਾ ਚਾਹੁੰਦਾ ਹੈ। ਜਦੋਂ ਗੁਰੂ ਜੀ ਬਾਂਹ ਫੜ ਕੇ ਆਪ, ਜਿਵੇਂ ਇੱਕ ਬੱਚਾ ਮਾਤਾ ਪਿਤਾ ਨੂੰ ਪਤਾ ਕਿ ਇਹ ਸਿਆਣਾ ਅਧਿਆਪਕ ਆ, ਇਹ ਟੀਚਰ ਬੜਾ ਵਧੀਆ ਹੈ, ਇਹ ਮੇਰੇ ਬੱਚੇ ਦੇ ਭਵਿੱਖ ਨੂੰ ਸਵਾਰ ਸਕਦਾ ਹੈ, ਮੇਰੇ ਭਵਿੱਖ ਬੱਚੇ ਦੇ ਬਣਾ ਸਕਦਾ ਹੈ, ਇਵੇਂ ਗੁਰੂ ਜੀ ਆਪ ਆਪਣੇ ਬੱਚੇ ਦੀ ਬਾਂਹ ਪਰਮਾਤਮਾ ਦੇ ਹੱਥ ਵਿੱਚ ਫੜਾਉਂਦੇ ਨੇ। ਕਹਿੰਦੇ ਆ ਮੈਂ ਆਪਣਾ ਬੱਚਾ ਤੈਨੂੰ ਦੇਣ ਲੱਗਾ ਹੈ। ਅਣਜਾਣਿਆ, ਹੈ ਬੇਸਮਝਿਆ, ਅਗਿਆਨੀ ਵੀ ਹੈ, ਭਰਮ ਦੇ ਵਿੱਚ ਵੀ ਹੈ, ਭੁਲੇਖੇ 'ਚ ਵੀ ਹੈ, ਇਹ ਅਵਗੁਣ ਨੇ। ਪਰ ਪਰਮਾਤਮਾ ਤੂੰ ਤੇ ਗਿਆਨਵਾਨ ਆ ਨਾ, ਤੂੰ ਤੇ ਪਿਆਰ ਕਰਨ ਵਾਲਾ ਹੈ। ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮੇਲੇ ਹਰ ਸੋਏ। हे ਪਾਤਸ਼ਾਹ ਜੀ, ਮੈਂ ਤੇਰੀ ਸ਼ਰਨ ਵਿੱਚ ਆਏ ਹਾਂ ਅਸੀਂ, ਤੂੰ ਕਿਰਪਾ ਕਰ, ਸਾਨੂੰ ਆਪਣਾ ਗਿਆਨ ਬਖਸ਼, ਆਪਣੀ ਰਹਿਮਤ ਬਖਸ਼, ਆਪਣੀ ਕਿਰਪਾ ਦੀ ਦ੍ਰਿਸ਼ਟੀ ਬਖਸ਼ ਤੇ ਸਾਨੂੰ ਆਪਣੇ ਨਾਲ ਮਿਲਾ ਲਾ। ਪਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ ਅੱਜ ਦੀਆਂ, ਜਿਹੜਾ ਸੈਂਟਰਲ ਆਈਡੀਆ ਹੈ ਪੂਰੇ ਗੁਰੂ ਸ਼ਬਦ ਦਾ। ਹੁਣ ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ। ਸਤਿਗੁਰੂ ਜੀ ਕਹਿ ਰਹੇ, ਸ਼੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ। ਇਹ ਜਿਹੜਾ ਪਾਵਨ ਸ਼ਬਦ ਆ ਨਾ, ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ। ਅੱਜ ਤੋਂ ਜਿਹੜੇ 31 ਸ਼ਬਦ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ, ਉਹ ਸੰਪੂਰਨ ਹੋ ਗਏ ਨੇ। ਤੇ ਅੱਜ ਤੋਂ ਜਿਹੜਾ ਸ਼ਬਦ ਆ, ਇਹ ਪਹਿਲਾ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ। ਘਰ ਪਹਿਲਾ, ਪਹਿਲੇ ਘਰ ਵਿੱਚ
ਕਿੰਨੀ ਮੈਂ ਹੈਰਾਨ ਹੁੰਨਾ। ਗੁਰਮਤ ਨੂੰ ਸਮਝੋ ਨਾ ਕਿਤੇ। ਪਹਿਲਾ ਘਰ ਦਾ ਅਰਥ ਆ ਇੱਕ ਤਾਲ, ਇੱਕ ਤਾਲੀ ਦੇ ਵਿੱਚ, ਇੱਕ ਤਾਲ ਦੇ ਵਿੱਚ ਤਬਲਾ ਵਜਾਉਣਾ ਹੈ, ਤਾਂ ਕਿ ਜੇ ਤਾਲ ਦੀ ਪਕੜ ਹੋਵੇਗੀ ਤੇ ਸੰਗੀਤ ਦੀ ਪਕੜ ਹੋਵੇਗੀ। ਗੁਰੂ ਸਾਹਿਬ ਨੇ ਹਰ ਚੀਜ਼ ਬੈਲੈਂਸ ਕਰਕੇ ਰੱਖੀ ਹੈ ਗੁਰਬਾਣੀ 'ਚ। ਸਾਹਿਬ ਕਹਿੰਦੇ ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉਂ ਪ੍ਰੀਤਮ ਮਿਲੈ ਕਰ ਆਏ। ਮੈਂ ਮਨ ਤਨ, ਨੰਨੇ ਨੂੰ ਸਿਹਾਰੀ ਹੈ ਮਨ, ਤਨ ਫਿਰ ਨੰਨੇ ਨੂੰ ਫਿਰ ਸਿਹਾਰੀ ਹੈ। ਮੇਰੇ ਮਨ ਦੇ ਵਿੱਚ ਤੇ ਤਨ ਦੇ ਵਿੱਚ। ਹੁਣ ਰਹਾਉ ਦੀਆਂ ਪੰਕਤੀਆਂ ਕੀ ਨੇ? ਬਿਰਹੇ ਦੀ ਅਰਦਾਸ ਆ, ਉਹਦੇ ਵਿੱਚ ਵਿਛੋੜੇ ਦੀ ਅਰਦਾਸ ਆ। ਹੇ ਮੇਰੇ ਪਾਤਸ਼ਾਹ ਜੀ, ਅਸੀਂ ਮੂਰਖ ਹਾਂ, ਅਵਗੁਣਾਂ ਦੇ ਭਰੇ ਹੋਏ ਹਾਂ, ਪਰ ਤੂੰ ਪਿਆਰ ਕਰਨ ਵਾਲਾ ਪ੍ਰੀਤਮ ਆ। ਸਾਨੂੰ ਆਪਣੀ ਸ਼ਰਨ 'ਚ ਰੱਖ, ਕਿਉਂਕਿ ਤੇਰੇ ਬਿਨਾਂ ਸਾਡਾ ਕੋਈ ਆਸਰਾ, ਕੋਈ ਸਹਾਰਾ ਨਹੀਂ। ਹੁਣ ਪਹਿਲਾ ਬੰਦ ਆ। ਹੁਣ ਕੀ ਹੈ ਮੇਰੇ ਮਨ ਦੇ ਵਿੱਚ? ਮੈਂ ਮਨ ਤਨ ਬਿਰਹੋ ਅਤ ਅਗਲਾ। ਬਿਰਹੋ ਦਾ ਅਰਥ ਹੁੰਦਾ ਵਿਛੋੜਾ। ਵਿਛੋੜਾ ਪੈ ਗਿਆ ਹੈ ਸਾਡੇ ਵਿੱਚ ਤੇ ਆਤਮਾ ਤੇ ਪ੍ਰਮਾਤਮਾ ਦੇ ਵਿੱਚ। ਬਿਰਹੋ ਅਤ ਅਗਲਾ। ਅਗਲਾ ਦਾ ਅਰਥ ਆ ਬਹੁਤ, ਅਗਲਾ ਆਉਣ ਵਾਲਾ ਨਹੀਂ। ਅਗਲਾ ਦਾ ਅਰਥ ਆ ਬਹੁਤ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਬਹੁਤ ਹੀ ਵਿਛੋੜਾ ਪੈ ਗਿਆ ਹੈ ਪਰਿਪੂਰਨ ਪ੍ਰਮਾਤਮਾ ਜੀ, ਕਿਉਂ ਪ੍ਰੀਤਮ ਮਿਲੈ ਕਰ ਆਏ। ਮੈਂ ਤੜਫ ਰਿਹਾ ਹਾਂ, ਮੇਰੀ ਆਤਮਾ ਤੜਫਦੀ ਪਈ ਹੈ। ਮੈਂ ਕੀ ਕਰਾਂ? ਕਿਹੜੀ ਜੁਗਤੀ ਅਪਣਾਵਾਂ ਕਿ ਮੈਂ ਤੇਰੇ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂ। ਮੈਂ ਤੇਰੇ ਘਰ ਵਿੱਚ ਪ੍ਰਵਾਨ ਹੋ ਜਾਵਾਂ, ਤੂੰ ਮੇਰੇ ਹਿਰਦੇ ਘਰ ਦੇ ਵਿੱਚ ਆ ਜਾਵੇਂ, ਮੇਰੇ ਹਿਰਦੇ ਘਰ ਦੇ ਵਿੱਚ ਵਸ ਜਾਵੇਂ, ਮੈਨੂੰ ਆਪਣੇ ਨਾਲ ਸਮਾ ਲਵੇਂ। ਹੁਣ ਇਹ ਵਿਛੋੜਾ ਬਰਦਾਸ਼ਤ ਨਹੀਂ ਹੁੰਦਾ। ਹੁਣ ਬਹੁਤ ਹੀ ਪੀੜਾ ਹੈ, ਤੜਫਿਆ ਬਿਰਹੇ ਦੀ, ਵਿਛੋੜੇ ਦੀ। ਤੂੰ ਕਿਰਪਾ ਕਰ ਮੈਨੂੰ ਆਪਣੇ ਨਾਲ ਮਿਲਾ ਲਾ, ਇਸ ਆਤਮਾ ਨੂੰ ਆਪਣੇ ਨਾਲ ਮਿਲਾ ਲਾ। ਇਹ ਬਿਰਹਾ ਕਦੋਂ ਨਿਕਲੇਗਾ ਮਨ 'ਚੋਂ? ਹਜੇ ਤਾਂ ਨਹੀਂ ਨਿਕਲਣਾ। ਕਦੀ ਅਸੀਂ ਸੱਚ ਜਾਣਿਓ, ਅਸੀਂ ਕਦੀ ਚੇਤੇ ਵੀ ਕੀਤਾ ਹੈ ਰੱਬ? ਕਦੀ ਵੀ ਨਹੀਂ ਕੀਤਾ। ਕਦੀ ਇਕੱਲੇ ਬੈਠ ਕੇ ਕਦੀ ਮਹਿਸੂਸ ਹੋਇਆ ਹੈ ਕਿ ਅਸੀਂ ਵਿਛੜੇ ਹੋਏ ਹਾਂ? ਕਦੀ ਵੀ ਨਹੀਂ ਮਹਿਸੂਸ ਹੋਵੇਗਾ, ਕਿਉਂਕਿ ਸਾਡਾ ਆਲਾ ਦੁਆਲਾ ਅਸੀਂ ਇੰਨਾ ਕੁ ਬਿਜ਼ੀ ਕੀਤਾ ਹੋਇਆ ਹੈ ਬੱਚਿਆਂ ਦੇ ਵਿੱਚ, ਪਰਿਵਾਰ ਦੇ ਵਿੱਚ। ਕਦੀ ਯਾਦ ਹੀ ਨਹੀਂ ਆਈ ਪਰਮਾਤਮਾ ਦੀ। ਆਈ ਕਦੀ? ਕਦੀ ਵੀ ਨਹੀਂ ਆਈ, ਕਿਉਂਕਿ ਅਸੀਂ ਇਹ ਸੋਚ ਲਿਆ ਕਿ ਸੰਸਾਰ ਹੀ ਸਭ ਕੁਝ ਹੈ। ਹਾਂ, ਪੁੱਤਰ ਕਿਤੇ ਅੱਖਾਂ ਤੋਂ ਦੂਰ ਹੋਵੇ, ਖਾਂ ਦਿਨ 'ਚ ਪਤਾ ਨਹੀਂ ਕਿੰਨੀ ਵਾਰੀ ਫੋਨ ਕਰ ਲਵਾਂਗੇ, ਕਿਉਂਕਿ ਵਿਛੋੜੇ ਦੀ ਤੜਫ ਆ, ਪੁੱਤਰ ਦੀ ਤੜਫ ਆ। ਪਤਨੀ ਦੂਰ ਹੋ ਜਾਵੇ, ਪਤੀ ਦੂਰ ਹੋ ਜਾਵੇ, ਬੱਚੇ ਦੂਰ ਹੋ ਜਾਣ, ਪਦਾਰਥ ਦੂਰ ਹੋ ਜਾਣ। ਈਵਨ ਇੱਥੋਂ ਤੱਕ ਕਿ ਮਨੁੱਖ ਆਪਣੀ ਗੱਡੀ ਕਿਸੇ ਨੂੰ ਉਧਾਰੀ ਦੇ ਦੇਵੇ ਨਾ, ਉਹਦਾ ਵੀ ਵਿਛੋੜਾ ਇਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ। ਪਤਾ ਨਹੀਂ ਕਿੰਨੀ ਵਾਰੀ ਕਾਲ ਕਰੂਗਾ, ਭਾਈ ਮੇਰੀ ਗੱਡੀ ਠੀਕ ਆ। ਈਵਨ ਇੱਥੋਂ ਤੱਕ ਜੇ ਘਰ ਦੇ ਵਿੱਚ ਕਿਤੇ ਇੱਕ ਕੁੱਤਾ ਰੱਖਿਆ ਵਾ ਨਾ, ਤੇ ਉਹ ਕੁੱਤਾ ਵੀ ਕਿਤੇ ਵਿਛੋੜਾ ਕਿਤੇ ਦੂਰ ਚੱਲ ਜਾਵੇ ਅੱਖਾਂ ਤੋਂ, ਰੋਟੀ ਖਾਣੀ ਛੱਡ ਦੂਗਾ। ਐਸਾ ਹੈ ਮਨੁੱਖ। ਪਰ ਇਹਦੇ ਹਿਰਦੇ 'ਚ ਕਦੀ ਇਹ ਤੜਫ ਨਹੀਂ ਆਈ ਕਿ ਮੈਂ ਰੱਬ ਤੋਂ ਵਿਛੜਿਆ। ਨਿਤਨੇਮ ਕਰ ਰਿਹਾ ਹੈ, ਬਾਣੀਆਂ ਪੜ੍ਹ ਰਿਹਾ ਹੈ, 5-5 ਬਾਣੀਆਂ, 10-10 ਬਾਣੀਆਂ। ਕਦੀ ਇਸ ਤੜਫ ਨਾਲ ਪੜ੍ਹੀਆਂ ਨੇ ਕਿ ਮੈਂ ਇਹਦੇ ਵਿੱਚੋਂ ਗੁਰੂ ਦੇ ਨਾਲ ਮਿਲਣ ਦੀ ਸ਼ਕਤੀ ਸਿੱਖਣੀ ਹੈ, ਇਹ ਮੈਂ ਚੋਂ ਆਪਣੇ ਵਿਛੋੜੇ ਨੂੰ ਦੂਰ ਕਰਨਾ ਹੈ। ਵਿਛੋੜੇ ਦਾ ਅਹਿਸਾਸ ਹੀ ਨਹੀਂ ਤੇ ਵਿਛੋੜੇ ਦੀ ਤੜਫ ਕਿਵੇਂ ਪਤਾ ਲੱਗੂਗੀ? ਜਦ ਤੱਕ ਵਿਛੋੜੇ ਦਾ ਅਹਿਸਾਸ ਨਹੀਂ ਨਾ, ਜਦ ਤੱਕ ਉਸ ਪੀੜਾ, ਉਸ ਦਰਦ ਦਾ ਅਹਿਸਾਸ ਨਹੀਂ, ਗੱਲ ਨਹੀਂ ਕੀਤੀ ਜਾਵੇਗੀ। ਤੁਸੀਂ ਆ ਸ਼ਾਇਰ ਨੂੰ ਦੇਖੋ, ਸ਼ਾਇਰ ਦੇ ਅੰਦਰ ਜਿਹੜੀ ਉਹਦੀ ਸ਼ਾਇਰੀ ਹੈ, ਜੋ ਤੁਸੀਂ ਉਹਦੀ ਸ਼ਾਇਰੀ ਨੂੰ ਸੁਣਦੇ ਆ, ਤੁਹਾਨੂੰ ਇੰਜ ਫੀਲ ਹੁੰਦਾ ਵੀ ਇਹ ਕਿਤੇ ਨਾ ਕਿਤੇ ਵਿਛੜਿਆ ਹੋਇਆ, ਤੜਫਿਆ ਹੋਇਆ ਹੈ। ਇਸ ਤੜਫ ਦੇ ਵਿੱਚੋਂ ਇਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਨਿਕਲ ਰਹੀ ਹੈ, ਕਿਉਂਕਿ ਜਿੱਥੇ ਤੜਫਿਆ ਨਾ, ਹਕੀਕੀ ਪ੍ਰੇਮ ਕੀ ਹੈ? ਆ ਜਿਹੜੇ ਅੱਜ ਹੀਰ ਰਾਂਝੇ ਦੇ ਕਿੱਸੇ, ਦੁਨਿਆਵੀ ਕਿੱਸੇ ਸੁਣਾਏ ਜਾ ਰਹੇ ਨੇ, ਪਰ ਹਕੀਕੀ ਪ੍ਰੇਮ ਇੱਕ ਆਤਮਾ ਤੇ ਪ੍ਰਮਾਤਮਾ ਦਾ ਹੈ। ਆਤਮਾ ਨੂੰ ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਪਤੀ ਪਰਮਾਤਮਾ, ਪਰਮਾਤਮਾ ਤੋਂ ਵਿਛੜੀ ਹੋਈ ਹਾਂ, ਫਿਰ ਉਹਦੀ ਜ਼ਿੰਦਗੀ ਵਿੱਚ ਖਾਣਾ ਪੀਣਾ, ਹੱਸਣਾ ਸੌਣਾ ਸਭ ਇਹਦੇ ਉੱਤੇ ਖਲੋਤਾ ਹੈ ਕਿ ਮੇਰੇ ਪ੍ਰੀਤਮ ਦੀਆਂ ਮੈਨੂੰ ਕੋਈ ਗੱਲਾਂ ਸੁਣਾਈ ਜਾਵੇ, ਮੇਰੇ ਪ੍ਰੀਤਮ ਦੀਆਂ ਬਾਤਾਂ ਮੈਨੂੰ ਸੁਣਾਈ ਜਾਵੇ। ਤੋ ਸਾਹਿਬ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਨੂੰ ਇਹ ਅਹਿਸਾਸ ਹੈ
ਮੈਨੂੰ ਇਹ ਅੰਦਰ ਫੀਲ ਹੋ ਗਿਆ ਹੈ, ਮੈਂ ਮਨ ਤਨ, ਮੇਰੇ ਮਨ ਦੇ ਵਿੱਚ ਤੇ ਮੇਰੇ ਤਨ ਦੇ ਵਿੱਚ ਬਿਰਹੋ ਵਿਛੋੜਾ ਪਿਆ ਹੋਇਆ ਹੈ, ਅਤ ਅਗਲਾ ਬਹੁਤ ਜ਼ਿਆਦਾ। ਕਿਉਂ ਪ੍ਰੀਤਮ, ਕਿਵੇਂ ਮਿਲਾਂ ਪ੍ਰੀਤਮ, ਪ੍ਰੀਤ ਦੇ ਮਾਲਕ, ਮੇਰੀ ਆਤਮਾ ਦੇ ਮਾਲਕ ਪਰਮਾਤਮਾ ਨੂੰ ਘਰ ਆਏ ਤਾਂ ਕਿ ਉਹ ਮੇਰੇ ਹਿਰਦੇ ਘਰ ਦੇ ਵਿੱਚ ਆ ਜਾਵੇ। ਉਹਨੂੰ ਸੁਨੇਹਾ ਦੇਵਾਂ, ਉਹਨੂੰ ਸੰਦੇਸ਼ੇ ਦੇਵਾਂ, ਉਹਨੂੰ ਮੈਸੇਜ ਭੇਜਾਂ ਤਾਂ ਕਿ ਉਹ ਮੇਰੇ ਘਰ ਆ ਜਾਵੇ। ਮੇਰੇ ਘਰ ਦੀ ਸੇਜ ਸੁੰਨੀ ਪਈ ਹੈ, ਮੇਰਾ ਘਰ ਖਾਲੀ ਪਿਆ ਹੈ। ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ। ਜਾਂ ਜਦੋਂ ਦੇਖਾਂ ਵੇਖ ਲਵਾਂ, ਪ੍ਰਭ ਦੇਖੀ ਹੈ ਪ੍ਰਭੂ ਜੀ ਦੇ ਦਰਸ਼ਨਾਂ ਦੇ ਰਾਹੀਂ। ਸਭ ਕਹਿੰਦੇ ਜਦੋਂ ਮੈਂ ਪਿਆਰੇ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਦਾ ਹਾਂ, ਗੁਰੂ ਬਾਣੀ, ਗੁਰੂ ਦੀ ਮੱਤ ਨੇ ਮੈਨੂੰ ਉਹ ਅੱਖਾਂ ਦੇ ਦਿੱਤੀਆਂ ਨੇ ਮਾਨਵਤਾ ਵਿੱਚ ਪਰਮਾਤਮਾ ਨੂੰ ਵੇਖਣ ਦੀਆਂ, ਕੁਦਰਤ ਦੇ ਵਿੱਚ ਕਾਦਰ ਨੂੰ ਵੇਖਣ ਦੀਆਂ। ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੀਐ ਦੁੱਖ ਜਾਏ। ਜਦੋਂ ਮੈਂ ਆਪਣੇ ਪ੍ਰੀਤਮ ਪ੍ਰਭੂ ਪਰਮਾਤਮਾ ਦੇ ਇਸ ਕਾਇਨਾਤ ਵਿੱਚੋਂ, ਇਸ ਕੁਦਰਤ ਦੇ ਵਿੱਚੋਂ ਦਰਸ਼ਨ ਕਰਦਾ ਹਾਂ ਤੇ ਪ੍ਰੀਤਮ ਦੇ ਦਰਸ਼ਨ ਕਰਨ ਦੇ ਨਾਲ ਮੇਰੇ ਵਿੱਚ ਜਿਹੜਾ ਵਿਛੋੜੇ ਦਾ ਦੁੱਖ ਆ ਨਾ, ਉਹ ਦੂਰ ਹੋ ਜਾਂਦਾ ਹੈ। ਹਿਰਦਾ ਪ੍ਰੇਮ ਨਾਲ ਭਰ ਜਾਂਦਾ ਹੈ, ਦੂਸਰੇ ਦਾ ਦਰਦ ਆਪਣਾ ਲੱਗਣ ਲੱਗ ਪੈਂਦਾ ਹੈ। ਹੁਣ ਹਿਰਦੇ ਦੇ ਵਿੱਚ ਸ਼ਾਂਤੀ ਹੈ, ਨਿਰਮਲਤਾਈ ਹੈ। ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ। ਪੁੱਛਾਂ ਦਾ ਅਰਥ ਹੈ ਮੈਂ ਪੁੱਛ ਲਵਾਂ, ਕਿਤ ਬਿਦ, ਕਿਤ ਦਾ ਅਰਥ ਹੈ ਕਿਵੇਂ, ਬਿਦ ਦਾ ਅਰਥ ਹੈ ਤਰੀਕੇ ਨਾਲ। ਤੱਤੇ ਨੂੰ ਸਿਹਾਰੀ ਹੈ ਕਿਤ। ਦੇਖੋ ਕਿਤ ਬਿਦ, ਕਿਤ ਦਾ ਅਰਥ ਹੈ ਕਿਸ ਦੇ ਰਾਹੀਂ, ਕਿਸ ਦੇ ਰਾਹੀਂ। ਸਭ ਕਹਿੰਦੇ ਜਾਏ ਪੁੱਛਾਂ ਤਿਨ ਸੱਜਣਾ। ਕਿਹੜੇ ਸੱਜਣ? ਜਿਨ੍ਹਾਂ ਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਲਿਆ, ਜਿਹੜੇ ਗੁਰੂ ਦੀ ਸੰਗਤ ਕਰਦਿਆਂ ਸਾਹਿਬ ਬਾਣੀ ਦੀ ਸੰਗਤ ਕਰਦਿਆਂ ਜਿਨ੍ਹਾਂ ਨੇ ਸ਼ੁਭ ਗੁਣ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਏ ਨੇ, ਉਹਨਾਂ ਸੱਜਣਾ ਦੀ ਜਾ ਕੇ ਸੰਗਤ ਕਰਾਂ, ਉਹਨਾਂ ਨੂੰ ਪੁੱਛਾਂ। ਕੀ ਪੁੱਛਾਂ? ਪ੍ਰਭ ਕਿਤ ਬਿਦ ਮਿਲੈ ਮਿਲਾਏ। ਕੀ ਮੈਂ ਕਰਾਂ, ਕਿਹੜਾ ਤਰੀਕਾ ਅਪਣਾਵਾਂ, ਕਿਹੜੀ ਜੁਗਤੀ ਅਪਣਾਵਾਂ ਕਿ ਪ੍ਰੀਤਮ ਮੇਰੇ ਉੱਤੇ ਖੁਸ਼ ਹੋ ਜਾਵੇ ਤੇ ਮੈਨੂੰ ਆਪਣੇ ਨਾਲ ਮਿਲਾ ਲਵੇ, ਮੇਰੀ ਸਾਂਝ ਉਹਦੇ ਨਾਲ ਬਣ ਜਾਵੇ। ਮੇਰੇ ਸਤਿਗੁਰਾ, ਹੇ ਮੇਰੇ ਸੱਚੇ ਗੁਰੂ ਜੀ, ਮੈਂ ਤੁਝ ਬਿਨ ਅਵਰ ਨਾ ਕੋਏ। ਸਭ ਹਾਰ ਕੇ ਇਸ ਗੱਲ ਤੇ ਆ ਕੇ ਮੈਂ ਖੜ ਗਿਆ ਵਾਂ, ਤੂੰ ਹੀ ਹੈ ਮੁਕੰਮਲ। ਹੇ ਮੇਰੇ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਸ਼ਬਦ ਜੀ, ਗੁਰਬਾਣੀ ਜੀ, ਮੇਰੇ ਗੁਰੂ ਜੀ, ਤੁਹਾਡੇ ਬਿਨਾਂ ਕੋਈ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਨਹੀਂ ਸਕਦਾ। ਤੁਸੀਂ ਹੀ ਹੋ ਮੇਰੇ ਸਤਿਗੁਰਾ, ਮੈਂ ਤੁਝ ਬਿਨ ਅਵਰ ਨਾ ਕੋਏ। ਤੇਰੇ ਬਿਨਾਂ ਹੋਰ ਕੋਈ ਸਹਾਰਾ, ਕੋਈ ਆਸਰਾ ਨਹੀਂ, ਕੋਈ ਟੇਕ ਨਹੀਂ ਜੋ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਵੇ। ਹਮ ਮੂਰਖ ਮੁਗਧ ਸ਼ਰਨਾਗਤੀ, ਕਰ ਕਿਰਪਾ ਮੇਲੇ ਹਰ ਸੋਏ। ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ, ਅਣਜਾਣ ਹਾਂ, ਪਰ ਤੇਰੀ ਸ਼ਰਨ ਵਿੱਚ ਆ ਖਲੋਤੇ ਹਾਂ। ਤੂੰ ਪਿਆਰ ਤੇ ਰਹਿਮਤ ਦੀ ਨਿਗਾਹ ਪਾ, ਸਾਨੂੰ ਆਪਣੀ ਸ਼ਰਨ ਵਿੱਚ ਰੱਖ, ਸਾਡੇ ਆਇਆਂ ਦੀ ਲਾਜ ਰੱਖ ਤੇ ਸਾਨੂੰ ਪਰਮਾਤਮਾ ਪ੍ਰੀਤਮ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ। ਰਹਾਉ। ਹੁਣ ਅਗਲੀਆਂ ਪੰਕਤੀਆਂ, ਦੂਸਰਾ ਬੰਦ ਪਾਵਨ ਸ਼ਬਦ ਦਾ। ਸਤਿਗੁਰੂ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੈ ਸੋਏ। ਹੇ ਸਦਾ ਅਟਲ ਰਹਿਣ ਵਾਲੇ ਗਿਆਨ ਦੇ ਮਾਲਕ ਸੱਚੇ ਗੁਰੂ, ਧੰਨ ਸਾਹਿਬ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀਓ, ਇਹ ਪਤਾ ਲੱਗਿਆ ਹੈ ਤੁਸੀਂ ਹੀ ਪਰਮਾਤਮਾ ਨੂੰ ਮਿਲਾਉਣ ਵਾਲੇ ਦਾਤੇ ਹੋ। ਇਹ ਜਿਹੜੀ ਇਜਾਜ਼ਤ ਆ ਨਾ, ਇਹ ਆਪ ਜੀ ਨੂੰ ਮਿਲੀ ਹੋਈ ਹੈ। ਤੁਸੀਂ ਮੁਕੰਮਲ ਹੋ, ਤੁਹਾਡਾ ਇੱਕ ਇੱਕ ਸ਼ਬਦ ਮੁਕੰਮਲ ਆ। ਸਤਿਗੁਰੂ ਦਾਤਾ, ਇੱਕੋ ਇੱਕ ਸੱਚਾ ਗੁਰੂ ਹੀ ਦਾਤਾ ਹੈ। ਕਿਹਦਾ? ਹਰ ਨਾਮ ਕਾ, ਜਿਹਦੇ ਕੋਲੋਂ ਪਰਮਾਤਮਾ ਦੇ ਹੁਕਮ ਤੇ ਤੁਰਨ ਦੀ ਨਸੀਹਤ ਮਿਲ ਸਕਦੀ ਹੈ ਕਿ ਕਿਵੇਂ ਪਰਮਾਤਮਾ ਦੇ
ਹੁਕਮ ਤੇ ਪਰਮਾਤਮਾ ਦੇ ਨਾਮ ਨੂੰ ਜੀਵਨ ਦੇ ਵਿੱਚ ਵਸਾਉਣਾ ਹੈ। ਪ੍ਰਭ ਆਪ ਮਿਲਾਵੈ ਸੋਏ, ਤੂੰ ਕਿਰਪਾ ਕਰ ਦਵੇਂ ਸਾਨੂੰ ਉਸ ਪ੍ਰੀਤਮ ਵਰਗਾ ਆਪਣੇ ਗਿਆਨ ਤੇ ਚੱਲ ਕੇ ਬਣਾ ਲਵੇਂ। ਅਸੀਂ ਤੇਰੀ ਮੱਤ ਨੂੰ ਜੀਵਨ ਵਿੱਚ ਅਪਣਾ ਲਈਏ। ਤੇਰੀ ਦੱਸੀ ਹੋਈ ਜੁਗਤੀ ਤੇ ਚੱਲ ਕੇ ਹੀ, ਤੇਰੇ ਦਿੱਤੇ ਹੋਏ ਗਿਆਨ ਤੇ ਚੱਲ ਕੇ ਹੀ ਅਸੀਂ ਐਸੇ ਸੋਹਣੇ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਮਿਲ ਸਕਦੇ ਹਾਂ, ਤਾਂ ਕਿ ਉਹ ਆਪ ਕਿਰਪਾ ਸਾਡੇ ਤੇ ਕਰੇ, ਸਾਨੂੰ ਆਪਣੇ ਪਿਆਰ ਦਾ ਪ੍ਰਤੀਕ ਬਣਾ ਲਵੇ ਤੇ ਸਾਨੂੰ ਆਪਣੇ ਨਾਲ ਇੱਕਮਿਕ ਕਰ ਲਵੇ। ਹੁਣ ਇਹ ਵਿਛੋੜਾ, ਇਹ ਤੜਫ ਬਰਦਾਸ਼ਤ ਨਹੀਂ ਹੁੰਦੀ। ਹੇ ਸੱਚੇ ਗੁਰੂ ਜੀ, ਤੁਸੀਂ ਦਾਤੇ ਹੋ ਪਰਿਪੂਰਨ ਪਰਮਾਤਮਾ ਦੇ ਗਿਆਨ ਦੇ, ਕਿਰਪਾ ਕਰੋ ਸਾਡੀ ਆਤਮਾ ਨੂੰ ਗਿਆਨ ਗੁਰਮਤਿ ਦਾ ਬਖਸ਼ੋ, ਅਸੀਂ ਗੁਰੂ ਦੀ ਮੱਤ ਤੇ ਚੱਲ ਸਕੀਏ ਤੁਹਾਡੀ ਤੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਈਏ। ਕਿਉਂਕਿ ਉਹਦੀ ਨਜ਼ਰ ਦਾ ਪਾਤਰ ਬਣਨ ਵਾਸਤੇ, ਨਦਰ ਦਾ ਪਾਤਰ ਬਣਨ ਵਾਸਤੇ ਸਾਨੂੰ ਚੰਗੇ ਗੁਣ ਜੀਵਨ ਵਿੱਚ ਅਪਣਾਉਣੇ ਪੈਣਗੇ। ਇਹ ਤੁਹਾਡੀ ਕਿਰਪਾ ਨਾਲ ਹੀ ਅਪਣਾਏ ਜਾ ਸਕਦੇ ਹਨ। ਕਿਰਪਾ ਕਰਕੇ ਸਾਨੂੰ ਪ੍ਰੀਤਮ ਨਾਲ ਮਿਲਾ ਦਿਓ। ਸਤਿਗੁਰ ਹਰਿ ਪ੍ਰਭ ਬੂਝਿਆ, ਗੁਰ ਜੇਵੜ ਅਵਰ ਨਾ ਕੋਏ। ਸਤਿਗੁਰ ਸੱਚੇ ਗੁਰੂ ਨੇ, ਜੇਵੜ ਗੁਰੂ ਜੀ ਨੇ ਹਰੀ ਪਰਮਾਤਮਾ ਵਾਹਿਗੁਰੂ ਦੇ ਨਾਲ, ਨਿਰੰਕਾਰ ਦੇ ਨਾਲ ਆਪਣੀ ਡੂੰਘੀ ਸਾਂਝ ਪਾਈ ਹੋਈ ਹੈ। ਕਿਵੇਂ? ਅਸੀਂ ਜਿੰਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਕੀਤੀ ਹੈ ਹੁਣ ਤੱਕ ਜਾਂ ਅੱਗੇ ਕਰਾਂਗੇ, ਹਰ ਇੱਕ ਸ਼ਬਦ ਵਿੱਚ ਕੀ ਸੈਂਟਰਲ ਆਈਡੀਆ ਹੈ? ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ। ਆਤਮਾ ਨਿਰੰਕਾਰ ਵਰਗੀ ਬਣ ਜਾਵੇ। ਕਿਉਂ? ਇੱਕ ਆ ਸਾਡੀ ਨੀਵੀਂ ਸੋਚ। ਜਦ ਤੱਕ ਅਸੀਂ ਆਪਣੇ ਸੰਸਾਰੀ ਪੱਧਰ 'ਤੇ ਜੀਵਨ ਜੀਵਾਂਗੇ ਨਾ, ਸਾਡੀ ਸੋਚ ਨੀਵੀਂ ਹੋਊਗੀ, ਸਾਡੇ ਖਿਆਲ ਗੰਦੇ ਹੋਣਗੇ, ਸਾਡਾ ਸੁਭਾਅ ਗੰਦਾ ਹੋਵੇਗਾ। ਪਰ ਜਦੋਂ ਉਸ ਏਵੜ ਉੱਚਾ ਹੋਵੇ ਕੋਈ, ਉਸ ਉੱਚੇ ਪਰਮਾਤਮਾ ਨਾਲ ਸੁਰਤ ਜੁੜ ਜਾਵੇਗੀ, ਫਿਰ ਖਿਆਲ ਕਿਸ ਤਰ੍ਹਾਂ ਨਿਕਲਣਗੇ? ਚੰਗੇ, ਉੱਚੇ, ਨਿਰਮਲ, ਸੁਭਾਅ ਨਿਰਮਲ। ਹੁਣ ਇਹ ਆਤਮਾ ਸੰਸਾਰ ਨਾਲ ਜੁੜੀ ਹੈ, ਈਰਖਾ ਨਫ਼ਰਤ ਨਾਲ ਭਰੀ ਪਈ ਹੈ। ਇਸ ਆਤਮਾ ਨੂੰ ਚੁੱਕ ਕੇ ਪਰਮਾਤਮਾ ਨਾਲ ਜੋੜ ਦੇਣਾ ਹੈ, ਤਾਂ ਕਿ ਇਹਦੇ ਅੰਦਰ ਸੱਚ ਦੇ ਫੁਰਨੇ ਫੁੱਟਣ ਲੱਗ ਪੈਣ, ਪਿਆਰ ਦਾ ਗਿਆਨ, ਗੁਰੂ ਦਾ ਪਿਆਰ ਉਤਪੰਨ ਲੱਗ ਪਵੇ। ਸਤਿਗੁਰੂ, ਖਿਮਾ ਕਰਨਾ, ਸਤਿਗੁਰੂ ਹਰਿ ਪ੍ਰਭ ਬੂਝਿਆ। ਸਤਿਗੁਰ ਇੱਥੇ ਰਾਰੇ ਨੂੰ ਸਿਹਾਰੀ ਹੈ। ਸਤਿਗੁਰੂ ਨੇ, ਇਹਦੇ ਅਰਥ ਆ ਸੱਚੇ ਗੁਰੂ ਨੇ ਹੀ ਹਰਿ ਪ੍ਰਭ ਬੂਝਿਆ, ਪਰਿਪੂਰਨ ਪਰਮਾਤਮਾ ਨੂੰ ਸਮਝ ਲਿਆ ਹੈ, ਬੁੱਝ ਲਿਆ ਹੈ। ਗੁਰ ਜੇਵੜ ਅਵਰ ਨਾ ਕੋਏ, ਤੇ ਗੁਰੂ ਜੀ ਤੋਂ ਵੱਡਾ ਫਿਰ ਹੋਰ ਕੋਈ ਨਹੀਂ ਜੋ ਇਸ ਆਤਮਿਕ ਉੱਚੀ ਅਵਸਥਾ ਤੱਕ ਪਹੁੰਚਾ ਸਕੇ, ਜੋ ਸਾਨੂੰ ਪਰਮਾਤਮਾ ਨਾਲ ਇੱਕਮਿਕ ਕਰਾ ਸਕੇ। ਹਉ ਸ਼ਰਨਾਈ ਢਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ। ਹਉ ਗੁਰ ਸ਼ਰਨਾਈ ਢਹਿ ਪਵਾਂ। ਕਿੰਨੇ ਪਿਆਰੇ ਬਚਨ ਨੇ ਨਾ। ਸਾਹਿਬ ਕਹਿੰਦੇ, ਹੇ ਮੇਰਿਆ ਪਾਤਸ਼ਾਹ, ਮੇਰੀ ਇਹ ਤਾਂਘ ਆ, ਮੇਰੀ ਇਹ ਤੜਫ ਹੈ ਕਿ ਮੈਂ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਵਾਂ। ਹਉ ਗੁਰ ਸ਼ਰਨਾਈ, ਮੈਂ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਕੀ ਕਰਾਂ? ਆਪਾ ਭਾਵ ਮਿਟਾ ਲਵਾਂ। ਹੇ ਗੁਰੂ ਜੀ, ਕਿਰਪਾ ਕਰੋ ਤੁਹਾਡਾ ਗਿਆਨ ਮੇਰੇ ਜੀਵਨ 'ਚ ਵਸ ਜਾਵੇ। ਹਉ ਗੁਰ ਸ਼ਰਨਾਈ ਢਹਿ ਪਵਾਂ। ਹੁਣ ਸ਼ਰਨਾਈ ਵਿੱਚ ਆਉਣ ਦੇ ਅਰਥ ਉਹੀ ਨੇ, ਆਪਣੇ ਵਿੱਚੋਂ ਅਹੰ ਖਤਮ ਕਰਨਾ ਪਵੇਗਾ, ਹਉਮੈ ਖਤਮ ਕਰਨੀ ਪਵੇਗੀ, ਆਪਣੀ ਵੱਖਰੀ ਹੋਣ ਦਾ ਅਹਿਸਾਸ ਮੁਕਾਉਣਾ ਪਵੇਗਾ। ਇਹ ਸਭ ਕੁਝ ਮਿਟਾ ਕੇ ਕੀ ਕਰਾਂਗਾ? ਹਉ ਗੁਰੂ ਸ਼ਰਨਾਈ, ਮੈਂ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਖਲੋਤਾ ਹਾਂ। ਢਹਿ ਪਵਾਂ, ਮੈਂ ਆਪਣੇ ਆਪ ਨੂੰ ਅਤ ਨਿਮਰਤਾ ਤੇ ਪ੍ਰੇਮ ਦੇ ਵਿੱਚ ਤੇਰੇ ਅੱਗੇ ਨਿਸ਼ਾਵਰ ਕਰ ਦਿੱਤਾ ਹੈ। ਢਹਿ ਪਵਾਂ ਦਾ ਅਰਥ ਆ ਲੰਮੇ ਪੈ ਜਾਣਾ, ਨਿਸ਼ਾਵਰ ਕਰ ਦੇਣਾ। ਕਰ ਦਇਆ ਮੇਲੇ ਪ੍ਰਭ ਸੋਏ। ਹੇ ਪਰਮਾ ਗੁਰੂ ਜੀ, ਤੁਸੀਂ ਦਇਆ ਕਰੋ, ਮੇਰੇ ਅਵਗੁਣ ਖਤੇ ਨਾ ਚਿਤਾਰਿਓ। ਕਿਰਪਾ ਕਰਕੇ ਇਸ ਜੀਵਨ ਦੇ ਵਿੱਚ ਹੀ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦਿਓ, ਉਹਦੇ ਨਾਲ ਸਾਂਝ ਬਣਾ ਦਿਓ। ਇਹ ਦੂਸਰਾ ਬੰਦ ਆ। ਤੀਸਰਾ ਬੰਦ ਆ ਅੱਜ ਦੇ ਪਾਵਨ ਸ਼ਬਦ ਦਾ।
ਸਭ ਕਹਿੰਦੇ ਮਨ ਹੱਠ ਕਿਨੈ ਨਾ ਪਾਇਆ। ਹੁਣ ਦੇਖੋ ਗੁਰੂ ਜੀ ਦੇ ਸਮਝਾਉਣ ਦਾ ਤਰੀਕਾ ਕਿੰਨਾ ਪਿਆਰਾ ਹੈ। ਸਭ ਕਹਿੰਦੇ ਕੀ ਪਤਾ ਕੱਲ ਨੂੰ ਇਹਦੇ ਜੀਵਨ ਵਿੱਚ ਇਹ ਖਿਆਲ ਆ ਜੇ, ਇਹ ਸੋਚ ਲਵੇ ਕਿ ਸ਼ਾਇਦ ਜਿੱਦ ਕਰਕੇ ਗੁਰੂ ਮਿਲ ਜਾਵੇਗਾ। ਪਹਿਲਾਂ ਤਾਂ ਸਾਡਾ ਸੁਭਾਅ ਕੀ ਹੈ, ਪਹਿਲਾਂ ਤਰਲਿਆਂ ਦਾ। ਅਸੀਂ ਆਪਣੇ ਬਾਪ ਕੋਲੋਂ ਕੋਈ ਚੀਜ਼ ਲੈਣੀ ਆ ਨਾ, ਮਾਤਾ ਪਿਤਾ ਕੋਲੋਂ ਵੀ ਜੇ ਲੈਣੀ ਆ ਤੇ ਅਸੀਂ ਪਹਿਲਾਂ ਕੀ ਕਰਦੇ ਆ, ਪਹਿਲਾਂ ਤਰਲੇ ਲੈਂਦੇ ਆ, ਪਿਤਾ ਜੀ ਦੇ ਦਿਓ ਨਾ, ਲੈ ਦਿਓ ਨਾ। ਜਦੋਂ ਤਰਲੇ ਨਹੀਂ ਨਾ ਪੂਰੇ ਹੁੰਦੇ ਫਿਰ ਕਹਿੰਦੇ ਮੈਂ ਨਹੀਂ ਰੋਟੀ ਖਾਣੀ ਅੱਜ ਤੋਂ, ਜੇ ਮੇਰੀ ਇਹ ਗੱਲ ਨਾ ਮੰਨੀ ਤੇ ਮੈਂ ਰੋਟੀ ਨਹੀਂ ਖਾਣੀ, ਜੇ ਮੇਰੀ ਆਹ ਗੱਲ ਨਾ ਮੰਨੀ ਤੇ ਮੈਂ ਸਕੂਲ ਹੀ ਨਹੀਂ ਜਾਣਾ, ਜੇ ਮੇਰੀ ਆਹ ਗੱਲ ਨਾ ਮੰਨੀ ਤੇ ਮੈਂ ਆਹ ਕਰ ਲੈਣਾ। ਇਹਨੂੰ ਕਹਿੰਦੇ ਆ ਮਨ ਹੱਠ ਕਰਨਾ, ਮਨ ਹੱਟ ਕਰਕੇ ਆਪਣੀ ਜਿੱਦ ਮਨਾਉਣੀ। ਹੁਣ ਗੁਰੂ ਜੀ ਦਾ ਕਿੱਡਾ ਪਿਆਰਾ ਸਮਝਾਉਣ ਦਾ ਤਰੀਕਾ ਹੈ। ਪਹਿਲਾਂ ਗੁਰੂ ਸਾਹਿਬ ਕਹਿੰਦੇ ਪਿਆਰ ਦੇ ਨਾਲ ਪ੍ਰੀਤਮ ਮਿਲੇਗਾ, ਫਿਰ ਅਗਲੀ ਗੱਲ ਕਹਿੰਦੇ ਵੀ ਇਹ ਨਾ ਹੋਵੇ ਵੀ ਤੂੰ ਰਸਤੇ ਤੋਂ ਭਟਕ ਜਾਵੇਂ, ਨਿਸ਼ਾਨਾ ਤੇਰਾ ਠੀਕ ਹੋਵੇ ਵੀ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ, ਤੇ ਤੂੰ ਪ੍ਰਮਾਤਮਾ ਨੂੰ ਮਿਲਣ ਦੀ ਜਗ੍ਹਾ ਦੇ ਉੱਤੇ ਕੀ ਕਰੇ, ਜਿੱਦ ਕਰਕੇ ਬਹਿ ਜਾਵੇਂ ਵੀ ਮੈਂ ਤੇ ਮਿਲ ਕੇ ਹੀ ਛੱਡਣਾ ਹੈ, ਮੈਂ ਤੇ ਨਿਰੰਕਾਰ ਨੂੰ ਮਿਲਣਾ ਹੀ ਮਿਲਣਾ, ਮੈਂ ਤੇ ਭੁੱਖਾ ਰਹਿ ਜਾਊਂਗਾ, ਮਰ ਜਾਊਂਗਾ, ਵਰਤ ਰੱਖ ਲੂੰਗਾ। ਆ ਕੀ ਹੈ ਵਰਤ ਵੁਰਤ ਹੀ ਹੈ ਨਾ। ਸਾਨੂੰ ਸਤਿਗੁਰੂ ਨੇ ਨਹੀਂ ਇਹ ਚੀਜ਼ਾਂ ਸਿਖਾਈਆਂ। ਸਭ ਕਹਿੰਦੇ ਮਨ ਹੱਠ ਕਿਨੇ ਨਾ ਪਾਇਆ। ਸਭ ਕਹਿੰਦੇ ਮਨ ਦੇ ਹੱਠ ਦੇ ਨਾਲ, ਤਪ ਆਦਿਕ ਸਾਧਨਾਵਾਂ ਦੇ ਨਾਲ, ਘਰ-ਬਾਰ ਛੱਡਣ ਦੇ ਨਾਲ, ਯੋਗ ਸਮਾਧੀਆਂ ਲਾਉਣ ਦੇ ਨਾਲ ਕਿਨੇ ਨਾ ਪਾਇਆ। ਕਿਸੇ ਨੂੰ ਅੱਜ ਤੱਕ ਪ੍ਰਮਾਤਮਾ ਦਾ ਪ੍ਰੇਮ ਨਹੀਂ ਮਿਲਿਆ, ਉਹ ਅੱਜ ਜਿੱਦਾਂ ਦੇ ਉੱਤੇ ਨਹੀਂ ਆਉਂਦਾ ਨੇੜੇ। ਕਰ ਉਪਾਵ ਥੱਕੈ ਸਭ ਕੋਇ। ਕਹਿੰਦੇ ਬੜੇ ਵੱਡੇ ਵੱਡੇ ਤੂੰ ਅੰਤਰ ਅਖਾਉਣ ਵਾਲੇ ਜਪੀਆਂ ਤਪੀਆਂ ਨੇ, ਅਨੇਕਾਂ ਇਹੋ ਜਿਹੇ ਉਪਾਵ ਕਰ ਕਰਕੇ ਵੇਖ ਲਏ ਹਨ। ਸਹਿਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ। ਵਾਹਿਗੁਰੂ ਜੀ। ਸਹਿਸ ਦਾ ਅਰਥ ਹੈ ਹਜ਼ਾਰਾਂ ਹਜ਼ਾਰਾਂ ਸਿਆਣਪਾਂ ਚਤੁਰਾਈਆਂ ਕਰਕੇ ਵੇਖ ਲਿਆ ਹੈ। ਜਿਹੜਾ ਕੋਰਾ ਮਨ ਆ ਨਾ, ਜਿਹੜਾ ਵਿਕਾਰਾਂ ਦਾ ਭਰਿਆ ਹੋਇਆ ਹੈ, ਇਹਦੇ ਉੱਪਰ ਸੱਚ ਦਾ ਰੰਗ ਨਹੀਂ ਚੜ੍ਹ ਸਕਣਾ ਜਦ ਤੱਕ ਇਸ ਮਨ ਵਿੱਚੋਂ ਤੂੰ ਗੰਦਗੀ ਨਹੀਂ ਬਾਹਰ ਕੱਢਦਾ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਵਾਹਿਗੁਰੂ। ਕੂੜ ਦਾ ਅਰਥ ਆ ਮਾਇਆ ਦੇ ਮੋਹ ਵਿੱਚ ਫਸੇ ਰਿਹਾ, ਕਪਟ ਦਾ ਅਰਥ ਆ ਠੱਗੀ ਨਾ। ਸਭ ਕਹਿੰਦੇ ਪਹਿਲਾਂ ਤਰਲੇ ਕੀਤੇ, ਫਿਰ ਜੇ ਇਹ ਡਰਾਵੇ ਦਵੇਂ ਕਿ ਮੈਂ ਜਿੱਦ ਨਾ ਪ੍ਰਾਪਤ ਕਰਾਂਗਾ ਨਾ। ਤੀਸਰੀ ਗੱਲ ਜੇ ਤੂੰ ਸੋਚੇ ਵੀ ਕਪਟ ਤੇ ਧੋਖੇ ਦੇ ਨਾਲ, ਕੂੜ ਕਪਟ ਕਿਨੇ ਨਾ ਪਾਇਓ, ਇੱਥੇ ਇਹ ਵੀ ਗੱਲ ਚੇਤੇ ਰੱਖੀ, ਤੇਰੇ ਕਪਟੀ ਸੁਭਾਅ ਦੇ ਨਾਲ ਤੂੰ ਲੋਕਾਂ ਨੂੰ ਬਾਹਰ ਦੇ ਧਰਮ ਦੇ ਬਾਣੇ ਪਾ ਕੇ ਠੱਗ ਸਕਦਾ ਹੈ, ਪਰ ਇਹ ਕਪਟ ਤੇਰਾ ਪ੍ਰਮਾਤਮਾ ਦੇ ਘਰ ਨਹੀਂ ਚੱਲਣਾ। ਇਹ ਕੂੜ, ਇਹ ਕਪਟੀ ਸੁਭਾਅ ਨਿਰੰਕਾਰ ਦੇ ਦੇਸ਼ ਵਿੱਚ ਪ੍ਰੀਤਮ ਦੇ ਘਰ ਨਹੀਂ ਚੱਲਣਾ। ਕੂੜ ਕਪਟ ਕਿਨੇ ਨਾ ਪਾਇਓ। ਕੂੜ ਤੇ ਕਪਟ ਦੇ ਨਾਲ ਕਦੀ ਨਹੀਂ ਰੱਬ ਮਿਲਦਾ। ਜੋ ਬੀਜੈ ਖਾਵੈ ਸੋਏ। ਜੋ ਤੂੰ ਅੱਜ ਬੀਜ ਰਿਹਾ ਨਾ, ਉਹੀ ਤੂੰ ਖਾਣਾ ਹੈ। ਸਭ ਕਹਿੰਦੇ ਗੁਣਾਂ ਦੀ ਖੇਤੀ ਕਰ ਤਾਂ ਕਿ ਗੁਣ ਉਪਜਣ। ਝੂਠ ਦੀ ਖੇਤੀ ਨਾ ਕਰ। ਸੱਚ ਬੀਜ ਸੱਚ ਪਾਵੇਂਗਾ, ਝੂਠ ਬੀਜੇਗਾ ਝੂਠ ਪਾਵੇਂਗਾ। ਇਹ ਠੱਗੀਆਂ ਦੇ ਨਾਲ ਪ੍ਰਮਾਤਮਾ ਨਹੀਂ ਮਿਲਦਾ। ਸਭਨਾ ਤੇਰੀ ਆਸ ਪ੍ਰਭ, ਸਭ ਜੀਅ ਤੇਰੇ ਤੂੰ ਰਾਸ। ਹੇ ਮੇਰੇ ਪ੍ਰਮਾਤਮਾ ਜੀ, ਇਸ ਸੰਸਾਰ ਦੇ ਵਿੱਚ ਹਰ ਇੱਕ ਜੀਵ ਤੇਰੇ ਉੱਪਰ ਆਸ ਰੱਖ ਰਿਹਾ ਹੈ। ਸਾਰਿਆਂ ਦਾ ਤੂੰ ਹੀ ਸਹਾਰਾ ਹੈ, ਤੂੰ ਹੀ ਟੇਕ ਹੈ। ਪ੍ਰਭ ਸਭਨਾ ਤੇਰੀ ਆਸ ਪ੍ਰਭ। ਹੇ ਪ੍ਰਭੂ ਜੀ, ਸਾਰਿਆਂ ਨੂੰ ਤੇਰੇ ਤੇ ਹੀ ਭਰੋਸਾ ਹੈ, ਤੂੰ ਹੀ ਸਾਰਿਆਂ ਦਾ ਆਸਰਾ ਹੈ, ਤੂੰ ਹੀ ਟੇਕ ਹੈ। ਸਭ ਜੀ ਤੇਰੇ ਤੂੰ ਰਾਸ। ਸਾਰਿਆਂ ਜੀਵਾਂ ਦੀ ਰਾਸ ਪੂੰਜੀ ਦਾ ਸਰਮਾਇਆ ਤੇਰੇ ਹੀ ਕੋਲੋਂ ਮਿਲਿਆ ਹੋਇਆ ਆਤਮਿਕ ਜੀਵਨ ਹੈ। ਤੂੰ ਹੀ ਪਿਆਰ ਤੇ ਬਖਸ਼ਿਸ਼ ਕਰੇ, ਇਹ ਸੱਚ ਦਾ ਜੀਵਨ ਮਿਲ ਜਾਵੇ ਤੇ ਜੀਵਨ ਸੱਚ ਦੇ ਰਸਤੇ ਤੇ ਤੁਰ ਪਵੇ। ਪ੍ਰਭ ਤੁਧੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸ਼ਾਬਾਸ਼। ਹੇ ਪ੍ਰਮਾਤਮਾ ਜੀ, ਹਰ ਇੱਕ ਵਿੱਚ ਤੂੰ ਸਮੋਇਆ ਹੋਏ ਹੈ। ਤੇਰੇ ਬਿਨਾਂ ਕੋਈ ਵੀ ਐਸਾ ਘਰ ਨਹੀਂ ਜੋ ਖਾਲੀ ਹੋਵੇ। ਹਰ ਇੱਕ ਹਿਰਦੇ ਘਰ ਦੇ ਵਿੱਚ ਤੇਰਾ ਵਾਸਾ ਹੈ, ਪਰ ਮਾਇਆ ਦੇ
ਅਗਿਆਨਤਾ ਵਿੱਚ ਫਸਿਆ ਹੋਇਆ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ। ਗੁਰਮੁਖਾਂ ਨੂੰ ਸ਼ਾਬਾਸ਼, ਪਰ ਜਿਹੜੇ ਗੁਰੂ ਦੀ ਸਨਮੁਖ ਰਹਿਣ ਵਾਲੇ, ਜਿਹੜੇ ਗੁਰੂ ਦੇ ਸਿੱਖ ਨੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਅਪਣਾ ਲਿਆ ਹੈ, ਉਹ ਮੁਬਾਰਕ ਦੇ ਪਾਤਰ ਨੇ ਕਿ ਉਹਨਾਂ ਨੇ ਸਾਰਿਆਂ ਦੇ ਹਿਰਦੇ ਘਰ ਵਿੱਚ ਵਸਦਾ ਪਰਮਾਤਮਾ ਵੇਖ ਲਿਆ। ਉਹਨਾਂ ਨੂੰ ਸਮਝ ਪੈ ਗਈ ਹੈ, ਬਾਹਰ ਢੋਲਾ ਸੋ ਭਰਮ ਭੁਲਾਹੀ। ਬਾਹਰ ਢੋਲ ਕੇ ਬਾਹਰ ਭੁਲੇਖਾ ਹੈ, ਹਿਰਦੇ ਵਿੱਚ ਹੀ ਪਰਮਾਤਮਾ ਹੈ। ਉਹਨਾਂ ਨੇ ਆਪਣੇ ਹਿਰਦੇ ਘਰ ਦੀ ਖੋਜ ਪ੍ਰਾਰੰਭ ਕਰ ਦਿੱਤੀ ਹੈ। ਬਿਖ ਭੌਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਅਰਦਾਸ ਦਾ ਭਿੱਜਿਆ ਸ਼ਬਦ ਆ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਤੇਰੇ ਬੱਚੇ ਆ, ਤੇਰੇ ਹੀ ਪਿਆਰੇ ਆ, ਰਹਿਮਤ ਕਰ ਸਾਡੇ 'ਤੇ। ਇਹ ਜਿਹੜੇ ਨਿੱਤ ਅਸੀਂ ਜ਼ਹਿਰ ਰੂਪੀ ਇਸ ਮਾਇਆ ਦੇ ਅੱਗ ਨਾਲ ਭਰੇ ਹੋਏ ਸੰਸਾਰ ਦੇ ਵਿੱਚ ਜਿਹੜੇ ਡੁੱਬਦੇ ਪਏ ਆ ਨਾ, ਤੁਸੀਂ ਸਾਨੂੰ ਇਹਨਾਂ ਤੋਂ ਬਾਹਰ ਕੱਢ ਲਓ। ਇਹੀ ਇੱਕ ਅਰਦਾਸ ਆ, ਇਹੀ ਇੱਕ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਸੱਚ ਦੇ ਰਾਹ 'ਤੇ ਤੋਰੋ, ਅਗਿਆਨਤਾ ਦੇ ਵਿੱਚੋਂ ਬਾਹਰ ਕੱਢ ਕੇ ਗਿਆਨ ਦੇ ਰਸਤੇ 'ਤੇ ਤੋਰ ਦਿਓ, ਤਾਂ ਕਿ ਇਹ ਜੀਵਨ ਸੱਚ ਦੇ ਘਰ ਵਿੱਚ ਪ੍ਰਗਾਸ ਪ੍ਰਵਾਨ ਹੋ ਜਾਵੇ ਅਤੇ ਗੁਰੂ ਦੇ ਪਿਆਰ ਦੇ ਵਿੱਚ ਇਸ ਸੰਸਾਰ ਵਿੱਚੋਂ ਤਰਨ ਦੀ ਸ਼ਕਤੀ ਮਿਲ ਜਾਵੇ। ਸੋ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਬੜੇ ਹੀ ਪਿਆਰ ਨਾਲ, ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਵਾਸਤੇ ਅਰਦਾਸ ਕੀਤੀ ਹੈ। ਗੁਰੂ ਜੀ ਆਪ ਸਾਡੇ ਅੱਗੇ ਲੱਗੇ ਨੇ, ਸਾਨੂੰ ਆਪਣੇ ਨਾਲ ਖੜਾ ਕੇ ਅੱਜ ਸਾਨੂੰ ਅਰਦਾਸ ਸਾਡੇ ਵਾਸਤੇ ਕੀਤੀ ਹੈ ਗੁਰੂ ਜੀ ਨੇ ਕਿ ਸਾਡੀ ਇਹ ਜਿਹੜੀਆਂ ਬਿਰਤੀਆਂ ਨੇ ਨਾ ਅਗਿਆਨਤਾ ਦੀਆਂ, ਇਸ ਸੱਚ ਦੇ ਨਾਲ, ਗਿਆਨ ਨਾਲ ਭਰ ਜਾਣ ਅਤੇ ਅਸੀਂ ਮਾਨਵਤਾ ਦੇ ਵਿੱਚ ਪਰਮਾਤਮਾ ਨੂੰ ਵੇਖਦਿਆਂ ਹੋਇਆਂ ਸੱਚ ਦੇ ਰਸਤੇ 'ਤੇ ਤੁਰੀਏ। ਸਭ ਕਹਿੰਦੇ ਜਿੱਦਾਂ ਦੇ ਨਾਲ ਨਹੀਂ ਉਹ ਗੁਰੂ ਮਿਲਣਾ, ਪਿਆਰ ਨਾਲ ਮਿਲਣਾ ਹੈ। ਪ੍ਰੇਮ ਕਰ, ਸੱਚ ਦੇ ਰਸਤੇ 'ਤੇ ਤੁਰ। ਗੁਰੂ ਜੀ ਕਿਰਪਾ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ, ਉਚਾਰਨ ਕਰਦਿਆਂ ਗਲਤੀਆਂ ਹੋਈਆਂ ਨੇ, ਸੋ ਆਪ ਗੁਰੂ ਪਿਆਰੀ ਸੰਗਤ ਬਖਸ਼ ਲੈਣਾ ਜੀ।